BA ਸਮੈਸਟਰ 3 ਕਥਾ ਸੰਸਾਰ ਕਹਾਣੀਆਂ ਦੇ ਵਿਸ਼ਾ ਵਸਤੂ ਜਾਂ ਸਾਰ। ਕਹਾਣੀ ਪਹਿਲੀ ਓਪਰੀ ਧਰਤੀ। ਓਪਰੀ ਧਰਤੀ ਕਹਾਣੀ ਕੁਲਵੰਤ ਸਿੰਘ ਵਿਰਕ ਦੀ ਰਚਨਾ ਹੈ। ਇਸ ਕਹਾਣੀ ਦਾ ਵਿਸ਼ਾ ਮਨੁੱਖੀ ਜੀਵਨ ਵਿੱਚ ਉਸਦੇ ਮੂਲਵਾਸ ਦਾ ਮਹੱਤਵ ਹੈ। ਮਨੁੱਖ ਜਿਸ ਧਰਤੀ ਦੇ ਟੁਕੜੇ ਉੱਤੇ ਜਨਮ ਲੈਂਦਾ ਹੈ, ਜਿੱਥੇ ਉਹ ਜੀਵਨ ਗੁਜ਼ਾਰਦਾ ਹੈ, ਉਸਦੇ ਨਾਲ ਹੀ ਉਸਦੀ ਪਛਾਣ ਅਤੇ ਉਸਦੀ ਹਸਤੀ ਦੇ ਨਿੱਘਰ ਪ੍ਰਸੰਗ ਜੁੜੇ ਹੁੰਦੇ ਹਨ। ਇਸ ਧਰਤੀ ਨਾਲ ਉਸਦਾ ਆਪਾ ਤੇ ਧਰਤੀ ਉਸਦੇ ਆਪੇ ਨਾਲ ਜੁੜੀ ਹੁੰਦੀ ਹੈ, ਜਿਸਦੇ ਚੱਪੇ ਚੱਪੇ ਨਾਲ ਉਸਦੀ ਸਾਂਝ ਹੁੰਦੀ ਹੈ। ਇਸ ਦੀ ਅਹਿਮੀਅਤ ਦਾ ਬੰਦੇ ਨੂੰ ਉਦੋਂ ਪਤਾ ਲੱਗਦਾ ਹੈ ਜਦੋਂ ਉਹ ਕਿਸੇ ਕਾਰਨ ਉਸ ਨਾਲੋਂ ਵੱਖ ਹੋ ਜਾਂਦਾ ਹੈ, ਅਤੇ ਉਦੋਂ ਉਸ ਲਈ ਇਹ ਜੁਦਾਈ ਹੋਰ ਵੀ ਅਸਹਿਣਯੋਗ ਹੁੰਦੀ ਹੈ ਜਦੋਂ ਉਸਨੂੰ ਜ਼ਬਰਦਸਤੀ ਤੇ ਧੱਕੇ ਨਾਲ ਅਜਿਹਾ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। ਅਜਿਹਾ ਹੋਣ ਦੀ ਸਥਿਤੀ ਵਿੱਚ ਉਸਨੂੰ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਉਹ ਨਿਮਾਣਾ ਤੇ ਨਿਤਾਣਾ ਹੋ ਗਿਆ ਹੋਵੇ। ਉਸਨੂੰ ਆਪਣੇ ਅੰਦਰੋਂ ਸਾਹ ਸੱਤ ਤੇ ਕੁਝ ਕਰਨ ਦੀ ਪ੍ਰੇਰਨਾ ਹੀ ਖਤਮ ਹੋ ਗਈ ਜਾਪਦੀ ਹੈ। ਕੁਝ ਅਜਿਹੀ ਸਥਿਤੀ ਹੀ ਓਪਰੀ ਧਰਤੀ ਕਹਾਣੀ ਦਾ ਮੁੱਖ ਪਾਤਰ ਹਜ਼ਾਰਾ ਸਿੰਘ ਹੰਢਾਉਂਦਾ ਹੈ। ਪਾਕਿਸਤਾਨ ਬਣਨ ਤੋਂ ਪਹਿਲਾਂ ਉਹ ਜਿਸ ਇਲਾਕੇ ਵਿੱਚ ਰਹਿੰਦਾ ਸੀ, ਉੱਥੇ ਉਹ ਮੰਨਿਆ ਪ੍ਰਮੰਨਿਆ ਚੋਰ ਸੀ। ਉਹ ਆਲੇ ਦੁਆਲੇ ਦੀ ਧਰਤੀ ਤੇ ਪਿੰਡਾਂ ਦੇ ਚੱਪੇ ਚੱਪੇ ਤੋਂ ਵਾਕਫ ਸੀ। ਉਸਨੇ ਇਹ ਪਿੰਡ ਦੋ ਹਿੱਸਿਆਂ ਵਿੱਚ ਵੰਡੇ ਹੋਏ ਸਨ, ਆਪਣੇ ਪਿੰਡ ਤੇ ਦੂਸਰੇ ਪਿੰਡ। ਉਸਨੇ ਆਪਣੇ ਪਿੰਡਾਂ ਵਿੱਚ ਕਦੇ ਚੋਰੀ ਨਹੀਂ ਸੀ ਕੀਤੀ, ਪਰ ਉਸਨੂੰ ਇਹ ਸਾਰੇ ਪਿੰਡ ਪਿਆਰੇ ਲੱਗਦੇ ਸਨ। ਇਹਨਾਂ ਪਿੰਡਾਂ ਦੀਆਂ ਸੜਕਾਂ, ਪਹੇ, ਝਾੜੀਆਂ ਤੇ ਜੂਹਾਂ, ਖਾਲ ਤੇ ਮੋਖੇ, ਰਾਹਣੇ ਤੇ ਝੋਕਾਂ ਉਸਨੂੰ ਇਸ ਤਰ੍ਹਾਂ ਯਾਦ ਸਨ ਜਿਵੇਂ ਸਭ ਕੁਝ ਉਸਦਾ ਆਪਣਾ ਹੀ ਸੀ। ਦੂਸਰੇ ਪਿੰਡਾਂ ਵਿੱਚ ਉਹ ਡੰਗਰਾਂ ਤੇ ਘਰ ਭੰਨਣ ਦੀਆਂ ਚੋਰੀਆਂ ਕਰਨ ਵਿੱਚ ਨਿਪੁੰਨ ਸੀ। ਉਸਨੂੰ ਡੰਗਰਾਂ ਦੀ ਚੋਰੀ ਕਰਕੇ ਵਧੇਰੇ ਸੁਆਦ ਆਉਂਦਾ ਸੀ, ਪਰ ਉਹ ਭੰਨ ਕੇ ਪੈਸੇ ਬਹੁਤ ਲੱਭਦੇ ਸਨ। ਉਹ ਆਪਣੇ ਕਸਬ ਦਾ ਮਾਹਰ ਸੀ। ਉਸਨੂੰ ਡੰਗਰਾਂ ਨੂੰ ਕਾਬੂ ਕਰਨ, ਬੇਹੱਦ ਸਫਾਈ ਤੇ ਕਲਾਕਾਰੀ ਨਾਲ ਘਰਾਂ ਦੇ ਪਿਛਵਾੜੇ ਪਾੜ ਲਾ ਕੇ ਅੰਦਰੋਂ ਮਾਲ ਕੱਢ ਕੇ ਤਿੱਤਰ ਹੋਣ ਅਤੇ ਫੜਨ ਦਾ ਯਤਨ ਕਰਨ ਵਾਲੇ ਲੋਕਾਂ ਤੋਂ ਚਲਾਕੀ ਨਾਲ ਬਚਣ ਦੇ ਤਰੀਕੇ ਆਉਂਦੇ ਸਨ। ਉਹ ਆਪਣੇ ਚੋਰੀਆਂ ਸੰਬੰਧੀ ਕਾਰਨਾਮਿਆਂ ਦੀਆਂ ਗੱਲਾਂ ਬੜੇ ਮਾਣ ਨਾਲ ਸੁਣਾਉਂਦਾ ਹੁੰਦਾ ਸੀ, ਤੇ ਉਹ ਕਦੀ ਪੁਲਿਸ ਦੇ ਕਾਬੂ ਵੀ ਨਹੀਂ ਸੀ ਆਇਆ। ਪਰੰਤੂ 1947 ਵਿੱਚ ਦੇਸ਼ ਵੰਡ ਨਾਲ ਹੋਏ ਉਜਾੜੇ ਸਮੇਂ ਉਹ ਕਾਫਲੇ ਨਾਲ ਰਲ ਕੇ ਕਰਨਾਲ ਜ਼ਿਲ੍ਹੇ ਵਿੱਚ ਆ ਪੁੱਜਾ। ਇੱਥੇ ਬੇਸ਼ੱਕ ਪੈਲੀਆਂ, ਨਹਿਰਾਂ ਤੇ ਹਵੇਲੀਆਂ ਸਭ ਕੁਝ ਸੀ, ਪਰੰਤੂ ਇੱਥੇ ਸਭ ਕੁਝ ਓਪਰਾ ਸੀ। ਕਿਸੇ ਥਾਂ ਨਾਲ ਵੀ ਉਸਨੂੰ ਆਪਣੀ ਦਿਲੀ ਸਾਂਝ ਨਹੀਂ ਸੀ ਪ੍ਰਤੀਤ ਹੁੰਦੀ। ਪਿੰਡਾਂ ਵਿੱਚੋਂ ਉਸਨੂੰ ਡਰ ਆਉਂਦਾ ਸੀ ਤੇ ਰਾਹਾਂ ਉੱਤੇ ਉਸਦੀਆਂ ਲੱਤਾਂ ਤੁਰਦੀਆਂ ਨਹੀਂ ਸਨ। ਇੱਥੋਂ ਦਾ ਆਲਾ ਦੁਆਲਾ ਉਸਨੂੰ ਕੋਈ ਉਤਸ਼ਾਹ ਨਹੀਂ ਦਿੰਦਾ ਤੇ ਉਸਨੂੰ ਇਹ ਆਪਣਾ ਹਮਦਰਦ ਨਹੀਂ ਸੀ ਜਾਪਦਾ। ਉਹ ਇਕੱਲਾ ਤੇ ਕਮਜ਼ੋਰ ਮਹਿਸੂਸ ਕਰਦਾ ਸੀ। ਕਿਸੇ ਸੜਕ 'ਤੇ ਤੁਰਦਿਆਂ ਉਸਨੂੰ ਇੰਜ ਮਹਿਸੂਸ ਹੁੰਦਾ ਸੀ ਜਿਵੇਂ ਉਹ ਚਾਰੇ ਪਾਸਿਆਂ ਤੋਂ ਘਿਰਿਆ ਹੋਵੇ ਤੇ ਉਹ ਮਸਾਂ ਆਪਣੀ ਜਾਨ ਲੁਕਾਈ ਫਿਰਦਾ ਸੀ। ਉੱਥੇ ਰੁੱਖਾਂ ਉੱਤੇ ਚੜ੍ਹੇ ਬਾਂਦਰ ਦੇਖ ਕੇ ਉਸਨੂੰ ਜਾਪਦਾ ਕਿ ਉਸ ਧਰਤੀ ਉੱਤੇ ਉਸ ਨਾਲੋਂ ਬਾਂਦਰਾਂ ਦਾ ਵਧੇਰੇ ਹੱਕ ਹੈ ਤੇ ਉਹ ਉਸਨੂੰ ਮਸ਼ਕਰੀਆਂ ਕਰਦੇ ਹਨ। ਇਹ ਦੇਖ ਕੇ ਉਸਦਾ ਸਾਹ ਸੱਤ ਮੁੱਕ ਜਾਂਦਾ। ਅਜਿਹੀ ਸਥਿਤੀ ਵਿੱਚ ਉਸ ਵਿੱਚੋਂ ਆਪਣਾ ਮਨ ਭਾਉਂਦਾ ਕਿੱਤਾ ਚੋਰੀ ਦਾ ਕੰਮ, ਜਿਹੜਾ ਕਿਤੇ ਵੀ ਚਲਾਇਆ ਜਾ ਸਕਦਾ ਹੈ, ਕਰਨ ਦੀ ਹਿੰਮਤ ਨਹੀਂ ਸੀ ਰਹੀ। ਓਪਰੀ ਧਰਤੀ ਨੇ ਉਸ ਕੋਲੋਂ ਸਭ ਕੁਝ ਖੋਹ ਲਿਆ ਸੀ। ਇਸ ਪ੍ਰਕਾਰ ਇਹ ਕਹਾਣੀ ਆਪਣੇ ਮੂਲਵਾਸ ਤੋਂ ਜ਼ਬਰਦਸਤੀ ਉਖਾੜ ਕੇ ਓਪਰੀ ਧਰਤੀ ਵਿੱਚ ਪਹੁੰਚਾਏ ਗਏ ਮਨੁੱਖ ਦਾ ਮਾਨਸਿਕ ਦੁਖਾਂਤ ਪੇਸ਼ ਕਰਦੀ ਹੈ। ਇਸ ਨੂੰ ਅਸੀਂ ਮਨੁੱਖੀ ਪਛਾਣ ਦੇ ਅਹਿਮ ਨਿਰਧਾਰਕ ਮੂਲਵਾਸ ਦੀ ਅਹਿਮੀਅਤ ਦਾ ਗਲਪੀ ਰੂਪਾਂਤਰਣ ਕਹਿ ਸਕਦੇ ਹਾਂ। ਕਹਾਣੀ ਦੂਸਰੀ ਬਾਕੀ ਸਭ ਸੁੱਖ ਸਾਂਦ ਹੈ। ਬਾਕੀ ਸਭ ਸੁੱਖ ਸਾਂਦ ਹੈ ਕਹਾਣੀ ਮੋਹਨ ਭੰਡਾਰੀ ਦੀ ਲਿਖੀ ਹੋਈ ਹੈ।
ਇਸ ਕਹਾਣੀ ਦਾ ਵਿਸ਼ਾ ਪੇਂਡੂ ਲੋਕਾਂ ਦੇ ਦੁੱਖਾਂ ਦੀ ਇੱਕ ਝਲਕ ਪੇਸ਼ ਕਰਨਾ ਹੈ, ਜਿਸ ਲਈ ਕਹਾਣੀਕਾਰ ਨੇ ਬੜੇ ਹੀ ਕਲਾਮਈ ਢੰਗ ਦੀ ਵਰਤੋਂ ਕੀਤੀ ਹੈ। ਇਸ ਵਿੱਚ ਵਿਆਹੀਆਂ ਜਵਾਨ ਕੁੜੀਆਂ ਦੀ ਆਪਣੇ ਵਿਛੜੇ ਪਤੀਆਂ ਲਈ ਤੜਫ ਅਤੇ ਘਰੇਲੂ ਤੇ ਸਮਾਜਿਕ ਜੀਵਨ ਦੇ ਦੁੱਖਾਂ ਦੀ ਤਸਵੀਰ ਨੂੰ ਬੜੇ ਉਘੜਵੇਂ ਰੂਪ ਵਿੱਚ ਪੇਸ਼ ਕੀਤਾ ਹੈ। ਫੌਜ ਦੀ ਨੌਕਰੀ ਕਰਦੇ ਪਤੀਆਂ ਲਈ ਤੜਫ, ਬਿਮਾਰੀ, ਆਰਥਿਕ ਤੰਗੀਆਂ, ਨੂੰਹਾਂ ਧੀਆਂ ਦੀਆਂ ਸਮੱਸਿਆਵਾਂ, ਮੌਸਮਾਂ ਦੇ ਉਲਟ ਫੇਰ ਨਾਲ ਫਸਲਾਂ ਦੀ ਤਬਾਹੀ, ਜੰਮਦੇ ਬੱਚਿਆਂ ਦੇ ਮਰਨ ਤੇ ਜੱਚਾਂ ਦੀਆਂ ਸਮੱਸਿਆਵਾਂ ਅਤੇ ਅਨਪੜ੍ਹਤਾ ਆਦਿ ਹਰ ਪੇਂਡੂ ਪਰਿਵਾਰ ਦੀ ਹੋਣੀ ਬਣੇ ਹੋਏ ਹਨ। ਇਹ ਦੁੱਖ ਕੁਝ ਤਾਂ ਕੁਦਰਤ ਦੀ ਕਰੋਪੀ ਵਿੱਚੋਂ ਪੈਦਾ ਹੁੰਦੇ ਹਨ ਤੇ ਕੁਝ ਸਮਾਜਿਕ ਤੇ ਆਰਥਿਕ ਪ੍ਰਬੰਧ ਦੇ ਪਛੜੇਵੇਂ ਦੀ ਉਪਜ ਹਨ। ਪਰ ਜਿਨ੍ਹਾਂ ਨੂੰ ਇਹ ਦੁੱਖ ਭੋਗਣੇ ਪੈਂਦੇ ਹਨ, ਉਹਨਾਂ ਦੇ ਮਨ ਹਰ ਵਕਤ ਉਦਾਸੇ ਤੇ ਅੱਖਾਂ ਅੱਥਰੂਆਂ ਨਾਲ ਭਰੀਆਂ ਰਹਿੰਦੀਆਂ ਹਨ ਤੇ ਇਹਨਾਂ ਦਾ ਦੁੱਖ ਸੁਣਨ ਜਾਂ ਲਿਖਣ ਵਾਲੇ ਕਹਾਣੀਵਾਚਕ ਮੋਹਨ ਵਰਗੇ ਬੰਦੇ ਦਾ ਮਨ ਵੀ ਦੁਖੀ ਹੋਣੋਂ ਬਚ ਨਹੀਂ ਸਕਦਾ। ਉਹ ਪੂਰੇ 5 ਸਾਲਾਂ ਤੋਂ ਗਲੀ ਦੇ ਲੋਕਾਂ ਦੀਆਂ ਚਿੱਠੀਆਂ ਲਿਖਦਾ ਆ ਰਿਹਾ ਸੀ, ਪਰ ਉਹ ਚਿੱਠੀਆਂ ਵਿੱਚ ਲੋਕਾਂ ਦੇ ਦੁੱਖਾਂ ਸੁੱਖਾਂ ਤੇ ਹਰ ਤਰ੍ਹਾਂ ਦੀਆਂ ਗੱਲਾਂ ਲਿਖ ਕੇ ਤੰਗ ਆ ਗਿਆ ਸੀ। ਕਈ ਇਸਤਰੀਆਂ ਉਸਨੂੰ ਕੁਝ ਦੱਸੇ ਬਿਨਾਂ ਆਪ ਹੀ ਚਿੱਠੀ ਲਿਖਣ ਲਈ ਕਹਿੰਦੀਆਂ ਤੇ ਬੁੱਢੀਆਂ ਆਪਣੀਆਂ ਨੂੰਹਾਂ ਧੀਆਂ ਦੇ ਰੋਣੇ ਰੋਂਦੀਆਂ। ਇਹਨਾਂ ਗੱਲਾਂ ਤੋਂ ਪਰੇਸ਼ਾਨ ਹੋਏ ਮੋਹਨ ਨੇ ਚਿੱਠੀਆਂ ਲਿਖਣ ਤੋਂ ਇਨਕਾਰ ਕਰ ਦਿੰਦਾ ਹੈ, ਪਰੰਤੂ ਲੋਕ ਪਿੰਡ ਵਿੱਚ ਨਵੇਂ ਪੜ੍ਹੇ ਲਿਖੇ ਮੁੰਡੇ ਕੁੜੀਆਂ ਤੋਂ ਚਿੱਠੀਆਂ ਲਿਖਵਾਉਣ ਲਈ ਇਸ ਕਰਕੇ ਤਿਆਰ ਨਹੀਂ ਸਨ, ਕਿਉਂਕਿ ਉਹ ਸਮਝਦੇ ਸਨ ਕਿ ਉਹ ਕਿਸ ਦੇ ਅੱਗੇ ਘਰ ਦੇ ਭੇਤ ਖੋਲ੍ਹਣ। ਮੋਹਨ ਕੋਲ ਤਾਂ ਉਹ ਪਹਿਲਾਂ ਹੀ ਖੋਲ੍ਹਦੇ ਆਏ ਹਨ। ਅੰਤ ਵਿੱਚ ਕੌਰ ਉਸ ਤੋਂ ਆਪਣੇ ਪੁੱਤਰ ਜਾਗਰ ਵੱਲ ਲਿਖੀ ਚਿੱਠੀ ਵਿੱਚ ਲਿਖਵਾਉਂਦੀ ਹੈ ਕਿ ਉਹ ਫੌਜ ਵਿੱਚੋਂ ਨਾਵਾਂ ਕਟਵਾ ਕੇ ਆ ਜਾਵੇ। ਉਸਨੇ ਮੁਕੱਦਮੇ ਦੀ ਨਵੀਂ ਤਰੀਕ, ਧੀ ਦੀਪੋ ਦੇ ਪ੍ਰਾਹੁਣੇ ਦੇ ਘਰੋਂ ਜਾਣ, ਪਸ਼ੂਆਂ ਦੀ ਬਿਮਾਰੀ ਤੇ ਫਸਲਾਂ ਦੇ ਮਾਰੇ ਜਾਣ ਤੋਂ ਇਲਾਵਾ ਇਹ ਵੀ ਲਿਖਵਾਇਆ ਹੈ ਕਿ ਉਸਦੀ ਪਤਨੀ ਕਰਤਾਰੋ ਦੇ ਕਾਕਾ ਹੋ ਕੇ ਗੁਜ਼ਰ ਗਿਆ ਹੈ ਤੇ ਉਹ ਮੰਜੇ ਉੱਪਰ ਮਰਨਹਾਰੀ ਪਈ ਹੈ। ਉਸਨੇ ਤਾਕੀਦ ਕੀਤੀ ਕਿ ਉਹ ਚਿੱਠੀ ਨੂੰ ਤਾਰ ਸਮਝਦਾ ਹੋਇਆ ਜਲਦੀ ਨਾਵਾਂ ਕਟਵਾ ਕੇ ਆ ਜਾਵੇ। ਇੰਨੇ ਦੁੱਖਾਂ ਦੇ ਬਾਵਜੂਦ ਵੀ ਚਿੱਠੀ ਦੇ ਅੰਤ ਵਿੱਚ ਉਸਨੇ ਇਹ ਲਿਖਣ ਲਈ ਕਿਹਾ, ਬਾਕੀ ਸਭ ਸੁੱਖ ਸਾਂਦ ਹੈ। ਇਹ ਸੁਣ ਕੇ ਕਹਾਣੀਕਾਰ ਦੇ ਹੱਥੋਂ ਕਲਮ ਇਹ ਸੋਚ ਕੇ ਡਿੱਗ ਪੈਂਦੀ ਹੈ ਕਿ ਦੁੱਖਾਂ ਨਾਲ ਮੂੰਹੋਂ ਮੂੰਹ ਭਰੀ ਹਰ ਕੌਰ ਦੇ ਲਈ ਸੁੱਖ ਸਾਂਦ ਕਿਵੇਂ ਹੋਈ। ਬੇਸ਼ੱਕ ਉਹ ਇਸ ਗੱਲ ਨੂੰ ਸਮਝਣ ਤੋਂ ਅਸਮਰਥ ਰਹਿੰਦਾ ਹੈ, ਪਰ ਇਸ ਦੇ ਨਾਲ ਕਹਾਣੀਕਾਰ ਨੇ ਇਹ ਸੰਕੇਤ ਦੇਣ ਦਾ ਯਤਨ ਕੀਤਾ ਹੈ ਕਿ ਪੇਂਡੂ ਲੋਕ ਜਿਸ ਸਰਲਤਾ ਤੇ ਸਹਿਜ ਭਾਵ ਨਾਲ ਇਹਨਾਂ ਦੁੱਖਾਂ ਇਹ ਉਹਨਾਂ ਦੀ ਅਮੁੱਕ ਆਤਮਿਕ ਸ਼ਕਤੀ ਹੈ ਜੋ ਲੰਮੇ ਕਸ਼ਟਾਂ ਤੋਂ ਬਾਅਦ ਵੀ ਉਹਨਾਂ ਨੂੰ ਕਾਇਮ ਰੱਖਦੀ ਹੈ। ਘੋਰ ਦੁੱਖਾਂ ਦੇ ਹੁੰਦਿਆਂ ਵੀ ਉਹ ਸੁਭਾਵਿਕ ਹੀ ਕਹਿ ਦਿੰਦੇ ਹਨ, ਠੀਕ ਹੈ, ਸਭ ਸੁੱਖ ਸਾਂਦ ਹੈ। ਇੰਝ ਇਹ ਸਰਲ ਜਿਹੀ ਦਿਸਦੀ ਕਹਾਣੀ ਪੇਂਡੂ ਜੀਵਨ ਦੇ ਦੁੱਖਾਂ ਦੀਆਂ ਡੂੰਘੀਆਂ ਤਹਿਾਂ ਫਰੋਲ ਜਾਂਦੀ ਹੈ। ਕਹਾਣੀ ਤੀਸਰੀ, ਪਾਣੀ ਦੀਆਂ ਲੀਕਾਂ। ਪਾਣੀ ਦੀਆਂ ਲੀਕਾਂ ਕਹਾਣੀ ਖਾਲਿਦ ਹੁਸੈਨ ਦੀ ਰਚਨਾ ਹੈ। ਇਸ ਕਹਾਣੀ ਦਾ ਵਿਸ਼ਾ ਰਾਜਨੀਤਿਕਾਂ ਦੀਆਂ ਚਾਲਾਂ ਨਾਲ ਭਾਰਤ ਤੇ ਪਾਕਿਸਤਾਨ ਦੇ ਲੋਕਾਂ ਵਿੱਚ ਪੈਦਾ ਹੋਈਆਂ ਗਲਤਫਹਿਮੀਆਂ ਦੇ ਸਿੱਟੇ ਵਜੋਂ ਉਹਨਾਂ ਦਾ ਇੱਕ ਦੂਜੇ ਦੇ ਦੁਸ਼ਮਣ ਬਣਨਾ ਹੈ। ਇਹ ਦੁਸ਼ਮਣੀ ਲੋਕਮਨ ਤੇ ਅਵਚੇਤਨ ਦਾ ਅਜਿਹਾ ਹਿੱਸਾ ਬਣਾ ਦਿੱਤੀ ਗਈ ਹੈ ਕਿ ਦੋਵੇਂ ਧਿਰਾਂ ਇੱਕ ਦੂਜੇ ਦੀਆਂ ਸਹਿਜ ਤੇ ਭੋਲੀਆਂ ਰੀਝਾਂ ਤੇ ਮੌਜਾਂ ਮਾਣਨ ਦੀ ਰੁਚੀ ਨੂੰ ਵੀ ਸ਼ੱਕ ਦੀ ਨਿਗਾਹ ਨਾਲ ਵੇਖਦੇ ਹਨ। ਦੋਹਾਂ ਦੇਸ਼ਾਂ ਵੱਲੋਂ ਸਰਹੱਦ ਦੀ ਰਾਖੀ ਲਈ ਲਾਈਆਂ ਸੁਰੱਖਿਆ ਏਜੰਸੀਆਂ ਦੇ ਹਵਾਲਦਾਰ ਕਰਨੈਲ ਸਿੰਘ ਵਰਗੇ ਕਰਮਚਾਰੀ ਇਹਨਾਂ ਸਹਿਜ ਰੁਚੀਆਂ ਦੁਆਰਾ ਪ੍ਰੇਰਿਤ ਹੋ ਕੇ ਅਣਭੁੱਲ ਹੀ ਸਰਹੱਦ ਪਾਰ ਕਰਕੇ ਇੱਕ ਦੂਜੇ ਦੇ ਮੁਲਕ ਵਿੱਚ ਦਾਖਲ ਹੋਣ ਵਾਲੇ ਬੱਚਿਆਂ ਤੱਕ ਨੂੰ ਵੱਡੇ ਤੋਂ ਵੱਡੇ ਜਾਸੂਸ ਕਰਾਰ ਦੇ ਕੇ ਸਜ਼ਾਵਾਂ ਦਿਵਾਉਣ ਲਈ ਯਤਨਸ਼ੀਲ ਰਹਿੰਦੇ ਹਨ। ਪਰੰਤੂ ਇਹ ਵੀ ਨਹੀਂ ਕਿ ਸਾਰਾ ਕੁਝ ਹੀ ਬੁਰਾ ਹੈ। ਇੰਸਪੈਕਟਰ ਰੰਧਾਵੇ ਵਰਗੇ ਕੁਝ ਬੰਦੇ ਅਜਿਹੇ ਵੀ ਹਨ ਜੋ ਸਾਰੀ ਗੱਲ ਦੀ ਛਾਣਬੀਣ ਕਰਦੇ ਹੋਏ ਉਸਦੀ ਤਹਿ ਤੱਕ ਜਾਂਦੇ ਹਨ ਤੇ ਇਸ ਸੰਬੰਧੀ ਆਪਣਾ ਫੈਸਲਾ ਲੈਂਦੇ ਹੋਏ ਭੋਲੇ ਭਾਲੇ ਬੱਚਿਆਂ ਤੇ ਲੋਕਾਂ ਨੂੰ ਵਾਪਸ
ਸੁਰੱਖਿਅਤ ਉਹਨਾਂ ਦੇ ਦੇਸ਼ ਵਿੱਚ ਭੇਜ ਦਿੰਦੇ ਹਨ। ਇਸ ਦੇ ਨਾਲ ਹੀ ਕਹਾਣੀਕਾਰ ਨੇ ਦੋਹਾਂ ਦੇਸ਼ਾਂ ਦੇ ਵੱਖ-ਵੱਖ ਧਰਮਾਂ ਦੇ ਲੋਕਾਂ ਦੇ ਮਨਾਂ ਵਿੱਚ ਧਾਰਮਿਕ ਆਗੂਆਂ ਤੇ ਕੱਟੜਪੰਥੀਆਂ ਵੱਲੋਂ ਪਾਈਆਂ ਜਾਂਦੀਆਂ ਗਲਤਫਹਿਮੀਆਂ, ਜਿਹੜੀਆਂ ਕਿ ਦੇਸ਼ ਵੰਡ ਦਾ ਕਾਰਨ ਵੀ ਬਣੀਆਂ ਤੇ ਜਿਹੜੀਆਂ ਅਜੇ ਵੀ ਦੋਹਾਂ ਧਰਮਾਂ ਵਿੱਚ ਨਫ਼ਰਤ ਦੇ ਬੀਜ ਬੀਜਦੀਆਂ ਹਨ, ਤੋਂ ਵੀ ਪਰਦਾ ਚੁੱਕਿਆ ਹੈ। ਜਦੋਂ ਜੀਜੀ ਤੇ ਤੀਫੋ ਆਪਣੇ ਸਰਹੱਦ ਟੱਪਣ ਤੇ ਜੰਮੂ ਤੱਕ ਜਾਣ ਦੀ ਸਾਰੀ ਕਹਾਣੀ ਸੱਚ-ਸੱਚ ਦੱਸਦੇ ਹਨ ਤੇ ਆਪਣੇ ਆਪ ਨੂੰ ਬੇਗੁਨਾਹ ਸਿੱਧ ਕਰਨ ਦਾ ਯਤਨ ਕਰਦੇ ਹਨ, ਤਾਂ ਹਵਾਲਦਾਰ ਕਰਨੈਲ ਸਿੰਘ ਇੰਸਪੈਕਟਰ ਰੰਧਾਵੇ ਨੂੰ ਉਹਨਾਂ ਦੀਆਂ ਗੱਲਾਂ ਵਿੱਚ ਆਉਣ ਤੋਂ ਵਰਜਦਾ ਹੋਇਆ ਕਹਿੰਦਾ ਹੈ, ਗੁਰੂ ਮਹਾਰਾਜ ਨੇ ਫਰਮਾਇਆ ਏ, ਜੇ ਮੁਸਲਾ ਤੇਲ ਵਾਲੀ ਬਾਂਹ ਤਿਲਾਂ ਦੀ ਬੋਰੀ ਵਿੱਚ ਵਾੜੇ ਤੇ ਓਨੀਆਂ ਹੀ ਕਸਮਾਂ ਖਾਵੇ ਜਿੰਨੇ ਤਿਲ ਉਸਦੀ ਬਾਂਹ ਨੂੰ ਲੱਗੇ ਹੋਣ, ਤਾਂ ਵੀ ਉਹਦੀ ਗੱਲ ਦਾ ਇਤਬਾਰ ਨਹੀਂ ਕਰਨਾ ਚਾਹੀਦਾ। ਇਹ ਸੁਣ ਕੇ ਇੰਸਪੈਕਟਰ ਰੰਧਾਵਾ ਉਸ ਵੱਲ ਘੂਰ ਕੇ ਵੇਖਦਾ ਹੋਇਆ ਉਸਨੂੰ ਪੁੱਛਦਾ ਹੈ, ਕਿਹੜੇ ਗੁਰੂ ਸਾਹਿਬ ਨੇ ਇਹ ਤਿਲਾਂ ਵਾਲੀ ਗੱਲ ਕਹੀ ਏ? ਇਹ ਸੁਣ ਕੇ ਕਰਨੈਲ ਸਿੰਘ ਉੱਤਰ ਦਿੰਦਾ ਹੈ, ਇਹ ਤਾਂ ਮੈਨੂੰ ਪਤਾ ਨਹੀਂ, ਪਰ ਇਹ ਗੱਲ ਭਾਈ ਜੀ ਨੇ ਦੱਸੀ ਏ ਤੇ ਉਹ ਬੜਾ ਕੋਈ ਝੂਠ ਬੋਲਣਗੇ। ਇੰਸਪੈਕਟਰ ਰੰਧਾਵਾ ਕਹਿੰਦਾ ਹੈ ਕਿ ਸਭ ਝੂਠ ਗੱਲਾਂ ਹਨ ਤੇ ਸਾਨੂੰ ਇਹ ਨਹੀਂ ਫੈਲਾਉਣੀਆਂ ਚਾਹੀਦੀਆਂ। ਇਸ ਪਿੱਛੋਂ ਜਦੋਂ ਇੰਸਪੈਕਟਰ ਜੀਜੀ ਤੇ ਤੀਫੋ ਨੂੰ ਭੁੱਖੇ ਦੇਖ ਕੇ ਪੁੱਛਦਾ ਹੈ ਕਿ ਉਹ ਕੀ ਖਾਣਗੇ, ਤਾਂ ਤੀਫੋ ਕਹਿੰਦਾ ਹੈ ਕਿ ਉਸਨੂੰ ਅੱਬਾ ਨੇ ਕਿਹਾ ਹੈ ਕਿ ਜੇਕਰ ਕਾਫਰਾਂ ਦੇ ਹੱਥੋਂ ਕੁਝ ਖਾਵੋ ਤਾਂ ਸਖਤ ਗੁਨਾਹ ਲੱਗਦਾ ਹੈ। ਇਹ ਸੁਣ ਕੇ ਇੰਸਪੈਕਟਰ ਰੰਧਾਵਾ ਗੁੱਸੇ ਵਿੱਚ ਨਹੀਂ ਆਉਂਦਾ, ਸਗੋਂ ਉਸਨੂੰ ਕੁੱਛੜ ਵਿੱਚ ਬਿਠਾ ਕੇ ਕਹਿੰਦਾ ਹੈ, ਪਰ ਪੁੱਤਰ, ਮੈਂ ਕੋਈ ਕਾਫਰ ਦਿਸਦਾ ਵਾਂ? ਮੇਰਾ ਵੀ ਤੁਹਾਡੇ ਵਾਂਗਰ ਹੀ ਹੱਥ ਪੈਰ ਤੇ ਨੱਕ ਮੂੰਹ ਏ, ਫਿਰ ਮੈਂ ਵੀ ਤਾਂ ਉਸੇ ਰੱਬ ਅੱਗੇ ਸੀਸ ਝੁਕਾਉਂਦਾ ਹਾਂ ਜਿਸ ਦੀ ਤੁਸੀਂ ਇਬਾਦਤ ਕਰਦੇ ਹੋ, ਫਿਰ ਮੈਂ ਕਿੰਜ ਕਾਫਰ ਹੋ ਗਿਆ? ਪੁੱਤਰ, ਅਸੀਂ ਸਾਰੇ ਇਨਸਾਨ ਹਾਂ, ਤੇਰੇ ਅੱਬਾ ਨੂੰ ਕਿਸੇ ਗਲਤ ਦੱਸਿਆ ਏ। ਇਸ ਪਿੱਛੋਂ ਉਹ ਉਹਨਾਂ ਮਾਸੂਮ ਤੇ ਭੋਲੇ ਭਾਲੇ ਬੰਦਿਆਂ ਨੂੰ ਆਪਣੇ ਸਿਪਾਹੀਆਂ ਰਾਹੀਂ ਸੁਰੱਖਿਅਤ ਸਰਹੱਦ ਪਾਰ ਕਰਾਉਣ ਲਈ ਭੇਜ ਦਿੰਦਾ ਹੈ ਤੇ ਇਸ ਗੱਲ ਦੀ ਪਰਵਾਹ ਨਹੀਂ ਕਰਦਾ ਕਿ ਇਸ ਦਾ ਉਸਨੂੰ ਕੀ ਨਤੀਜਾ ਭੁਗਤਣਾ ਪਵੇਗਾ। ਇਸ ਪ੍ਰਕਾਰ ਇਸ ਕਹਾਣੀ ਦਾ ਵਿਸ਼ਾ ਯਥਾਰਥਕ, ਉਸਾਰੂ ਤੇ ਬਹੁਤ ਹੀ ਮਹੱਤਵਪੂਰਨ ਹੈ। ਕਹਾਣੀ ਚੌਥੀ, ਮਰਿਆ ਨਹੀਂ ਜਾਂਦਾ। ਮਰਿਆ ਨਹੀਂ ਜਾਂਦਾ ਕਹਾਣੀ ਸੁਖਵੰਤ ਕੌਰ ਮਾਨ ਦੀ ਰਚਨਾ ਹੈ। ਇਸ ਕਹਾਣੀ ਦਾ ਵਿਸ਼ਾ ਜ਼ਿੰਦਗੀ ਦੇ ਅਤੀ ਵਿਰੋਧੀ ਮਾਰੂ ਸਥਿਤੀਆਂ ਵਿੱਚ ਵੀ ਧੜਕਦੇ ਰਹਿਣ ਦੀ ਬਲਵਾਨ ਪ੍ਰਵਿਰਤੀ ਦਾ ਬਿਰਤਾਂਤ ਹੈ। ਮੌਤ ਵਰਗੇ ਅੰਤਿਮ ਸੱਚ ਦੇ ਆਰ-ਪਾਰ ਫੈਲਿਆ ਮਨੁੱਖੀ ਜੀਵਨ ਕੁਝ ਸਮੇਂ ਲਈ ਕਿਸੇ ਇੱਕ ਜਾਂ ਦੂਜੇ ਸੰਕਟ ਕਾਰਨ ਮਧੋਲਿਆ ਜ਼ਰੂਰ ਜਾਂਦਾ ਹੈ, ਪਰੰਤੂ ਨਾ ਇਸ ਵਿੱਚ ਖੜੋਤ ਆਉਂਦੀ ਹੈ ਤੇ ਨਾ ਹੀ ਇਹ ਹਾਰਦਾ ਹੈ। ਅਜਿਹੀਆਂ ਸੰਕਟਮਈ ਸਥਿਤੀਆਂ ਜੀਵਨ ਉੱਤੇ ਕੁਝ ਸਮੇਂ ਲਈ ਭਾਰੂ ਹੁੰਦੀਆਂ ਹਨ, ਪਰ ਜੀਵਨ ਇਹਨਾਂ ਵਿੱਚੋਂ ਨਿਕਲਣ ਵਾਲੀ ਠੁੰਮਣੇ ਲੱਭ ਲੈਂਦਾ ਹੈ ਤੇ ਮੁੜ ਥਾਂ ਸਿਰ ਆ ਕੇ ਆਪਣੀ ਚਾਲੇ ਚੱਲਣ ਲੱਗ ਪੈਂਦਾ ਹੈ। ਕਹਾਣੀ ਵਿੱਚ ਅਸੀਂ ਦੇਖਦੇ ਹਾਂ ਕਿ ਘਰ ਵਿੱਚ ਇੱਕ ਨਵੇਂ ਵਿਆਹੇ ਤੇ ਇੱਕ ਬੱਚੇ ਦੇ ਪਿਓ ਨੌਜਵਾਨ ਦੇ ਦੁਰਘਟਨਾ ਵਿੱਚ ਮਾਰੇ ਜਾਣ ਕਾਰਨ ਉਹਨਾਂ ਦੇ ਘਰ ਮਕਾਨ ਆਉਂਦੀ ਹੈ। ਦੁਹੱਥੜੀ ਪਿੱਟਦੀਆਂ ਤੀਵੀਆਂ ਵਿਹੜੇ ਵਿੱਚ ਆ ਕੇ ਅਲਾਉਣੀਆਂ ਪਾਉਂਦੀਆਂ ਹੋਈਆਂ, ਲੇਰਾਂ ਮਾਰਦੀਆਂ ਤੇ ਆਪਣੇ ਪੱਟਾਂ, ਛਾਤੀ ਤੇ ਗਲਾਂ ਨੂੰ ਬੁਰੀ ਤਰ੍ਹਾਂ ਪਿੱਟਦੀਆਂ ਹੋਈਆਂ ਰੋਂਦੀਆਂ ਹਨ। ਆਂਢ ਗੁਆਂਢ ਤੋਂ ਚਿੱਟੇ ਕੱਪੜੇ ਪਾਈ ਕੁਝ ਹੋਰ ਤੀਵੀਆਂ ਆ ਕੇ ਉਹਨਾਂ ਵਿੱਚ ਸ਼ਾਮਿਲ ਹੋ ਜਾਂਦੀਆਂ ਹਨ। ਬਾਹਰੋਂ ਆਈਆਂ ਤੀਵੀਆਂ ਜੁੱਟ ਬਣਾ ਕੇ ਮਰਨ ਵਾਲੇ ਦੀ ਮਾਂ, ਭੈਣ ਤੇ ਵਹੁਟੀ ਦੇ ਗਲੀ ਲੱਗ ਕੇ ਲੰਮੇ ਵੈਣ ਪਾਉਂਦੀਆਂ ਹਨ। ਸਭ ਦੇ ਪਰਲ ਅੱਥਰੂ ਵਗਦੇ ਹਨ। ਮਰਨ ਵਾਲੇ ਦੀ ਪਤਨੀ ਧਾੜ ਕਰਦੀ ਜ਼ਮੀਨ ਉੱਤੇ ਡਿੱਗ ਪੈਂਦੀ ਹੈ। ਤੀਵੀਆਂ ਉਸਨੂੰ ਸੰਭਾਲਣ ਲੱਗ ਪੈਂਦੀਆਂ ਹਨ ਤੇ ਉਸਦੀ ਦੰਦਲ ਤੋੜਦੀਆਂ ਹਨ। ਵਹੁਟੀ ਦੇ ਅੱਖਾਂ ਖੋਲ੍ਹਣ ਤੇ ਉਸਨੂੰ ਤਕੀਆ ਦੇ ਦਿੱਤਾ ਜਾਂਦਾ ਹੈ ਤੇ ਉਹ ਢਾਸਣਾ ਲਾ ਕੇ ਬੈਠ ਜਾਂਦੀ ਹੈ। ਫਿਰ ਉਹ ਸਾਰੀਆਂ ਮਰਨ ਵਾਲੇ ਦੇ ਐਕਸੀਡੈਂਟ ਬਾਰੇ ਗੱਲਾਂ ਕਰਦੀਆਂ ਹੋਈਆਂ ਇੱਧਰ ਉੱਧਰ ਆਪਣੇ ਰਿਸ਼ਤੇਦਾਰਾਂ ਤੇ ਨਜ਼ਦੀਕੀਆਂ ਵਿੱਚ ਅਜਿਹੀਆਂ ਹੀ ਅਚਾਨਕ ਹੋਈਆਂ ਮੌਤਾਂ ਦਾ ਜ਼ਿਕਰ ਕਰਦੀਆਂ ਹੋਈਆਂ ਦੁੱਖ ਤੇ ਹੈਰਾਨੀ ਦੇ ਭਾਵ ਪ੍ਰਗਟ ਕਰਦੀਆਂ ਹਨ ਤੇ ਨਾਲ ਹੀ ਕਹਿੰਦੀਆਂ ਹਨ ਕਿ ਮਰਨ ਵਾਲੇ ਮਰ ਜਾਂਦੇ ਹਨ ਤੇ ਪਿਛਲੇ ਜਿਉਂਦੇ ਜੀ ਉਂਝ ਹੀ ਅੱਗ ਵਿੱਚ ਪੈ ਜਾਂਦੇ ਹਨ। ਅੱਗੇ ਰੱਬ ਨੂੰ ਵੀ ਸ਼ਾਇਦ ਚੰਗੇ ਬੰਦਿਆਂ ਦੀ ਹੀ ਲੋੜ ਹੁੰਦੀ ਹੈ। ਜੰਗ ਵਿੱਚ ਮਰਨ ਵਾਲਿਆਂ ਦਾ ਜ਼ਿਕਰ ਕਰਦੀਆਂ ਉਹ ਜੰਗ ਨੂੰ ਕੋਸਦੀਆਂ ਹਨ ਤੇ ਚੱਲ ਰਹੀ ਠੰਡ ਕਾਰਨ ਫੈਲ ਰਹੀਆਂ ਨਮੂਨੀਆ ਆਦਿ ਦੀਆਂ ਬਿਮਾਰੀਆਂ ਦਾ ਜ਼ਿਕਰ ਕਰਦੀਆਂ ਹੋਈਆਂ
ਉਹ ਠੰਡ ਤੋਂ ਬਚਣ ਦੇ ਓਹੜਾਂ-ਪੋਹੜਾਂ ਬਾਰੇ ਗੱਲ ਕਰਦੀਆਂ ਹਨ। ਇੱਕ ਦੋ ਬਹਾਨੇ ਨਾਲ ਗੁਸਲਖਾਨੇ ਜਾਂਦੀਆਂ ਹਨ ਤੇ ਮੂੰਹ ਵੀ ਧੋ ਆਉਂਦੀਆਂ ਹਨ। ਚਾਹ ਵੀ ਵਰਤਾਈ ਜਾਂਦੀ ਹੈ ਤੇ ਪੀਤੀ ਵੀ ਜਾਂਦੀ ਹੈ। ਚਾਹ ਵਿੱਚ ਮਿੱਠਾ ਘੱਟ ਹੋਣ 'ਤੇ ਉਹ ਹੋਰ ਮਿੱਠਾ ਵੀ ਪਵਾਉਣਾ ਚਾਹੁੰਦੀਆਂ ਹਨ। ਮਰਦਾਂ ਨੂੰ ਦਰੀ ਉੱਤੇ ਰਾਜਨੀਤੀ, ਮੁਰਗੀ ਫਾਰਮ, ਡੈਰੀ ਫਾਰਮ ਤੇ ਫਿਰ ਹੌਲੀ-ਹੌਲੀ ਆਉਣ ਵਾਲੀਆਂ ਚੋਣਾਂ ਬਾਰੇ ਬਹਿਸ ਚੱਲ ਪੈਂਦੀ ਹੈ ਤੇ ਉੱਚੀ-ਉੱਚੀ ਦਲੀਲਾਂ ਵੀ ਦਿੱਤੀਆਂ ਜਾਂਦੀਆਂ ਹਨ। ਕਿਸੇ ਵੇਲੇ ਹਲਕੇ ਜਿਹੇ ਕਹਿਕੇ ਦੀ ਆਵਾਜ਼ ਵੀ ਸੁਣਾਈ ਦਿੰਦੀ ਹੈ। ਇੱਕ ਦੋ ਕਾਹਲੇ ਛੇਤੀ ਉੱਠ ਜਾਂਦੇ ਹਨ ਤੇ ਮਰਦਾਂ ਦੀ ਦਰੀ ਉੱਤੇ 4 ਕੁ ਬੰਦਿਆਂ ਨੂੰ ਛੱਡ ਕੇ ਬਾਕੀ ਸਭ ਉੱਠ ਜਾਂਦੇ ਹਨ। ਮਰਨ ਵਾਲੇ ਦੀ ਭੂਆ ਦੇ ਪਿੰਡੋਂ ਆਈਆਂ ਤੀਵੀਆਂ ਉੱਠ ਪੈਂਦੀਆਂ ਹਨ। ਉਹ ਵਹੁਟੀ ਨੂੰ ਦਿਲਾਸਾ ਤੇ ਮੁੰਡੇ ਦੇ ਸਿਰ ਉੱਤੇ ਪਿਆਰ ਦੇ ਕੇ ਵਾਹਿਗੁਰੂ ਦਾ ਭਾਣਾ ਮੰਨਣ ਲਈ ਕਹਿ ਕੇ ਤੇਜ਼ੀ ਨਾਲ ਬਾਹਰ ਨੂੰ ਤੁਰ ਪੈਂਦੀਆਂ ਹਨ। ਦਿਨ ਢਲਣ ਨਾਲ ਠੰਡ ਵੱਧਦੀ ਜਾਂਦੀ ਹੈ। ਉਹ ਇੱਕ ਦੂਜੀ ਦੇ ਗਰਮ ਕੱਪੜਿਆਂ ਅਤੇ ਸੋਨੇ ਦੀਆਂ ਚੂੜੀਆਂ ਬਾਰੇ ਪੁੱਛਦੀਆਂ ਹਨ। ਘਰ ਵਿੱਚ ਬੱਚੇ ਖੇਡ ਰਹੇ ਹਨ। ਟਰੈਕਟਰ ਆਉਂਦਾ ਹੈ। ਬੱਚੇ ਉਸ ਦੁਆਲੇ ਹੋ ਜਾਂਦੇ ਹਨ। ਫਿਰ ਗਾਂ ਦੀ ਵੱਛੀ ਦੁਆਲੇ। ਬਰਸੀਮ ਦੀ ਰੇਹੜੀ ਆਉਂਦੀ ਹੈ। ਉਸਨੂੰ ਕੁਤਰਨ ਦਾ ਕੰਮ ਚੱਲਦਾ ਹੈ। ਕੁੱਕੜ ਬਾਗਾਂ ਦਿੰਦਾ ਹੈ ਤੇ ਠੁੰਗੇ ਮਾਰਦਾ ਹੈ। ਬੱਚੇ ਨੂੰ ਦੁੱਧ ਪਿਲਾਇਆ ਜਾਂਦਾ ਹੈ। ਅੰਦਰੋਂ ਭੂਆ ਦੇ ਕੁਰਾੜਿਆਂ ਦੀ ਆਵਾਜ਼ ਆਉਂਦੀ ਹੈ। ਸਰਪੰਚਣੀ ਤੇ ਲੰਬੜਦਾਰਨੀ ਨੂੰ ਘਰ ਦੇ ਕੰਮ ਯਾਦ ਆਉਂਦੇ ਹਨ। ਬੰਤੇ ਨੂੰ ਆਪਣੇ ਢਿੱਲੇ ਮੱਠੇ ਸਹੁਰੇ ਦਾ ਫਿਕਰ ਲੱਗਦਾ ਹੈ। ਦੂਜੀਆਂ ਉਸਨੂੰ ਉਸਦੇ ਸਹੁਰੇ ਸੰਬੰਧੀ ਮਖੌਲ ਕਰਦੀਆਂ ਉੱਠ ਪੈਂਦੀਆਂ ਹਨ। ਇਸ ਪ੍ਰਕਾਰ ਇਸ ਕਹਾਣੀ ਦਾ ਵਿਸ਼ਾ ਯਥਾਰਥਕ ਤੇ ਮੌਲਿਕ ਹੈ ਤੇ ਇਸ ਵਿੱਚ ਕੁਝ ਵਿਅੰਗ ਦਾ ਅੰਸ਼ ਵੀ ਹੈ। ਇਸ ਰਾਹੀਂ ਕਹਾਣੀਕਾਰਾ ਇਹ ਪੇਸ਼ ਕਰਦੀ ਹੈ ਕਿ ਜ਼ਿੰਦਗੀ ਅਤੀ ਵਿਰੋਧੀ ਤੇ ਮਾਰੂ ਸਥਿਤੀਆਂ ਵਿੱਚ ਵੀ ਧੜਕਦੇ ਰਹਿਣ ਦੀ ਬਲਵਾਨ ਪ੍ਰਵਿਰਤੀ ਰੱਖਦੀ ਹੈ। ਕਹਾਣੀ ਪੰਜਵੀਂ ਹਵਾ। ਹਵਾ ਕਹਾਣੀ ਗੁਰਦੇਵ ਸਿੰਘ ਰੁਪਾਣਾ ਦੀ ਲਿਖੀ ਹੋਈ ਹੈ। ਇਸ ਕਹਾਣੀ ਦਾ ਵਿਸ਼ਾ 1947 ਵਿੱਚ ਆਬਾਦੀ ਦੇ ਤਬਾਦਲੇ ਸਮੇਂ ਫਿਰਕੂ ਫਸਾਦਾਂ ਕਾਰਨ ਇੱਧਰੋਂ ਉੱਧਰ ਜਾਂਦੇ ਮੁਸਲਮਾਨਾਂ ਦੇ ਸੜਕ ਉੱਤੇ ਜਾ ਰਹੇ 20 ਮੀਲ ਲੰਮੇ ਕਾਫ਼ਲੇ ਦੇ ਸਮੂਹਕ ਕਤਲ ਦੀ ਦਿਲ ਦਹਿਲਾ ਦੇਣ ਵਾਲੀ ਤਸਵੀਰ ਹੈ। ਅਜਿਹੇ ਸਮੂਹਕ ਕਤਲ ਉੱਧਰੋਂ ਇੱਧਰ ਆਉਂਦੇ ਹਿੰਦੂਆਂ ਸਿੱਖਾਂ ਦੇ ਵੀ ਹੋਏ। ਇਸ ਕਤਲੇਆਮ ਵਿੱਚ ਸੜਕ ਉੱਤੇ ਮੀਲਾਂ ਤੱਕ ਲਾਸ਼ਾਂ ਵਿਛੀਆਂ ਹੋਈਆਂ ਸਨ। ਬਹੁਤ ਸਾਰੇ ਮਰਦ ਤੇ ਇਸਤਰੀਆਂ ਬੇਦਰਦੀ ਨਾਲ ਵੱਢੇ ਟੁੱਕੇ ਤੇ ਮਾਰੇ ਜਾ ਚੁੱਕੇ ਸਨ। ਬਹੁਤ ਸਾਰੀਆਂ ਇਸਤਰੀਆਂ ਨੂੰ ਜ਼ਬਰਦਸਤੀ ਉਧਾਲ ਲਿਆ ਗਿਆ ਸੀ। ਸੜਕਾਂ ਉੱਤੇ ਥਾਂ-ਥਾਂ ਬੈਠੇ ਯਤੀਮ ਹੋਏ ਬੱਚੇ ਜਿਨ੍ਹਾਂ ਦੇ ਮਾਂ-ਪਿਓ ਉਹਨਾਂ ਦੀਆਂ ਅੱਖਾਂ ਸਾਹਮਣੇ ਕੋਹੇ ਗਏ ਸਨ, ਰੋ ਰਹੇ ਸਨ। ਕੋਈ ਆਪਣੀ ਮਾਂ ਦੀ ਲਾਸ਼ ਨਾਲ ਤੇ ਕੋਈ ਅੱਬਾ ਦੀ ਲਾਸ਼ ਨਾਲ ਲਿਪਟ ਕੇ ਕੁਰਲਾ ਰਿਹਾ ਸੀ। ਇਹਨਾਂ ਵਿੱਚ 5-5, 6-6 ਮਹੀਨਿਆਂ ਦੇ ਮਾਸੂਮ ਵੀ ਸੜਕਾਂ ਉੱਤੇ ਪਏ ਵਿਲਕ ਰਹੇ ਸਨ। ਬਹੁਤ ਸਾਰੇ ਲੋਕ ਜ਼ਖਮੀ ਹੋਏ ਪਏ ਸਨ। ਕਿਸੇ ਦੇ ਸਿਰ ਵਿੱਚ ਜ਼ਖਮ ਸੀ ਤੇ ਕਿਸੇ ਦੀ ਵੱਖੀ ਵਿੱਚ। ਇੱਧਰ ਉੱਧਰ ਤੜਫਦੇ ਜ਼ਖਮੀ ਪਾਣੀ ਮੰਗ ਰਹੇ ਸਨ, ਪਰ ਪਾਣੀ ਕਿਧਰੇ ਵੀ ਨਹੀਂ ਸੀ ਤੇ ਨਾ ਕੋਈ ਉਹਨਾਂ ਦੀ ਮਦਦ ਕਰਨ ਵਾਲਾ ਸੀ। ਇੱਧਰ ਉੱਧਰ ਜਿਨ੍ਹਾਂ ਛੱਪੜਾਂ ਤੋਂ ਪਾਣੀ ਮਿਲ ਸਕਦਾ ਸੀ ਉਹ ਵੀ ਲਾਸ਼ਾਂ ਨਾਲ ਭਰੇ ਹੋਏ ਸਨ ਤੇ ਉਹਨਾਂ ਦੇ ਪਾਣੀ ਵਿੱਚ ਖੂਨ ਮਿਲਿਆ ਹੋਇਆ ਸੀ। ਮਦਨ ਵਰਗਾ ਜਿਹੜਾ ਕੋਈ ਜ਼ਖਮੀਆਂ ਦੀ ਸਹਾਇਤਾ ਕਰਨਾ ਚਾਹੁੰਦਾ ਸੀ ਉਹ ਵੀ ਖੂਨ ਮਿਲੇ ਪਾਣੀ ਤੋਂ ਇਲਾਵਾ ਹੋਰ ਕੁਝ ਦੇਣ ਜੋਗਾ ਨਹੀਂ ਸੀ। ਫਿਰ ਇੱਕ ਇਕੱਲਾ ਬੰਦਾ ਕਿਸ ਦੀ ਮਦਦ ਕਰ ਸਕਦਾ ਸੀ। ਕਹਾਣੀ ਦੇ ਆਰੰਭ ਵਿੱਚ ਜ਼ਰੂਰ ਉਹ ਇੱਕ ਮਾਸੂਮ ਬੱਚੀ ਨੂੰ ਚੁੱਕ ਕੇ ਉਸਨੂੰ ਪਿਆਰ ਕਰਦਾ, ਕੱਸੀ ਤੋਂ ਪਾਣੀ ਪਿਲਾਉਂਦਾ, ਗੁੜ ਖਵਾਉਂਦਾ ਤੇ ਗੱਡੀ ਵਿੱਚ ਪਾ ਕੇ ਆਪਣੇ ਘਰ ਧੀ ਵਾਂਗ ਪਾਲਣ ਲਈ ਲੈ ਤੁਰਦਾ ਹੈ। ਪਰੰਤੂ ਜਦੋਂ ਉਹ ਰਸਤੇ ਵਿੱਚ ਮੀਲਾਂ ਤੱਕ ਵਿਛੀਆਂ ਲਾਸ਼ਾਂ ਦੇਖਦਾ ਹੈ ਤਾਂ ਥਾਂ-ਥਾਂ ਰੋਂਦੇ ਕੁਰਲਾਉਂਦੇ ਬੱਚੇ ਦੇਖਦਾ ਹੈ ਤਾਂ ਉਹ ਵੀ ਬੇਵੱਸ ਹੋ ਕੇ ਰਹਿ ਜਾਂਦਾ ਹੈ। ਉਸ ਦਾ ਇਨਸਾਨੀ ਦਿਲ ਵੀ ਪਥਰਾ ਜਾਂਦਾ ਹੈ। ਉਹ ਉਸ ਮਾਸੂਮ ਨੂੰ ਵੀ ਹੋਰਨਾਂ ਯਤੀਮ ਤੇ ਲਾਵਾਰਸ ਹੋਏ ਬੱਚਿਆਂ ਵਿੱਚ ਹੀ ਛੱਡ ਦਿੰਦਾ ਹੈ ਜਿਸ ਨੂੰ ਉਹ ਸੰਭਾਲ ਕੇ ਆਪਣੇ ਘਰ ਲਿਜਾ ਕੇ ਪਾਲਣਾ ਚਾਹੁੰਦਾ ਸੀ। ਇਸ ਤਰ੍ਹਾਂ ਮੁਰਦਿਆਂ ਤੇ ਜ਼ਖਮੀਆਂ ਦੀ ਹਾਲਤ ਦੇਖ ਕੇ ਉਸਦੇ ਅੰਦਰੋਂ ਤਰਸ, ਡਰ ਤੇ ਮਨੁੱਖੀ ਸੰਵੇਦਨਾਵਾਂ ਦਾ ਹੀ ਖਾਤਮਾ ਹੋ ਜਾਂਦਾ ਹੈ।
ਜਿਸ ਕਰਕੇ ਉਹ ਪਹਿਲਾਂ ਤਾਂ ਲਾਸ਼ਾਂ ਦੇ ਗੱਡੀ ਹੇਠ ਆਉਣ ਤੋਂ ਬਚਾਉਣ ਦਾ ਯਤਨ ਕਰਦਾ ਜਾਂਦਾ ਹੈ, ਪਰ ਜਦੋਂ ਉਸਨੂੰ ਜਾਪਦਾ ਹੈ ਕਿ ਉਹ ਕਿਸੇ ਲਈ ਕੁਝ ਨਹੀਂ ਕਰ ਸਕਦਾ, ਉੱਪਰੋਂ ਹਨੇਰਾ ਹੋ ਜਾਂਦਾ ਹੈ, ਤਾਂ ਉਹ ਗੱਡੀ ਉੱਤੇ ਚੜ੍ਹ ਕੇ ਉਸਨੂੰ ਲਾਸ਼ਾਂ ਦੇ ਉੱਤੋਂ ਹੀ ਲੰਘਾਉਂਦਾ। ਅੰਤ ਜਦੋਂ ਉਹ ਘਰ ਪਹੁੰਚਦਾ ਹੈ ਤਾਂ ਉਸਦਾ ਪਥਰਾਇਆ ਦਿਲ ਤੇ ਸੰਵੇਦਨਹੀਨਤਾ ਇੱਥੋਂ ਤੱਕ ਪੁੱਜ ਜਾਂਦੀ ਹੈ ਕਿ ਉਸਨੂੰ ਆਪਣੇ ਪੁੱਤਰ ਦੀ ਲਾਸ਼ ਸੜਕ ਉੱਤੇ ਪਈਆਂ ਲਾਸ਼ਾਂ ਦਾ ਹਿੱਸਾ ਹੀ ਜਾਪਦੀ ਹੈ। ਕਥਾ ਸੰਸਾਰ ਪੁਸਤਕ ਦੇ ਸੰਪਾਦਕਾਂ ਅਨੁਸਾਰ ਅਜਿਹੀ ਸਥਿਤੀ ਦਾ ਪੈਦਾ ਹੋਣਾ ਮਨੁੱਖ ਨੂੰ ਜੀਵਨ ਦੀ ਉਸ ਸਹਿਜ ਮਨੁੱਖੀ ਤੌਰ ਤੋਂ ਤੋੜ ਦਿੰਦਾ ਹੈ ਜਿਹੜੀ ਦੁੱਖਾਂ ਸੁੱਖਾਂ ਸਮੇਤ ਜ਼ਿੰਦਗੀ ਨੂੰ ਖੁਸ਼ਨੁਮਾ ਅਤੇ ਜਿਉਣ ਜੋਗਾ ਬਣਾਈ ਰੱਖਦੀ ਹੈ। ਇਸ ਤਰ੍ਹਾਂ ਇਹ ਕਹਾਣੀ ਭਾਰਤ ਦੇ ਇਤਿਹਾਸ ਦੇ ਉਸ ਕਾਲੇ ਦੌਰ ਦੀ ਕਲਾਤਮਕ ਪੇਸ਼ਕਾਰੀ ਹੈ ਜਿਸ ਵਿੱਚ ਤਮਾਮ ਮਨੁੱਖੀ ਪੈਮਾਨੇ ਆਪਣੀ ਹੋਂਦ ਗੁਆ ਬੈਠੇ ਸਨ ਤੇ ਜਿਸ ਵਿੱਚ ਮਨੁੱਖਤਾ ਆਪਣੀ ਚੰਗਿਆਈ ਨੂੰ ਬਚਾਉਣ ਤੋਂ ਆਹਰੀ ਹੋ ਗਈ ਸੀ। ਕਹਾਣੀ 6ਵੀਂ, ਜਿੱਥੋਂ ਸੂਰਜ ਉੱਗਦਾ ਹੈ। ਜਿੱਥੋਂ ਸੂਰਜ ਉੱਗਦਾ ਹੈ ਕਹਾਣੀ ਕਿਰਪਾਲ ਕਜ਼ਾਕ ਦੀ ਰਚਨਾ ਹੈ। ਇਸ ਕਹਾਣੀ ਵਿੱਚ ਕਹਾਣੀਕਾਰ ਨੇ ਪਿੰਡਾਂ ਵਿੱਚ ਵੱਡੇ ਜ਼ਿਮੀਂਦਾਰਾਂ ਤੇ ਗਰੀਬ ਲੋਕਾਂ ਦੇ ਦੋ ਧੜਿਆਂ ਦੇ ਆਪਸੀ ਟਕਰਾਓ ਤੇ ਤਾਕਤ ਦੀ ਰੂਪ ਰੇਖਾ ਨੂੰ ਵਿਸ਼ਾ ਬਣਾਇਆ ਹੈ ਤੇ ਭਵਿੱਖ ਵਿੱਚ ਲੋਕ ਸ਼ਕਤੀ ਦੇ ਉਭਰਨ ਦੀ ਸੰਭਾਵਨਾ ਨੂੰ ਉਜਾਗਰ ਕੀਤਾ ਹੈ। ਪਿੰਡ ਵਿੱਚ ਇੱਕ ਧੜਾ ਵੱਡੇ ਜ਼ਿਮੀਂਦਾਰ ਚੱਠਿਆਂ ਦਾ ਹੈ। ਉਹ ਹਮੇਸ਼ਾ ਪਿੰਡ ਦੇ ਛੋਟੇ ਜ਼ਿਮੀਂਦਾਰਾਂ ਤੇ ਆਮ ਲੋਕਾਂ ਨਾਲ ਧੱਕਾ ਕਰਦੇ ਤੇ ਜ਼ਬਰ ਢਾਉਂਦੇ ਹਨ। ਉਹਨਾਂ ਕੋਲ ਜ਼ਮੀਨਾਂ ਤੇ ਜਾਇਦਾਦਾਂ ਹਨ। ਉਹਨਾਂ ਦੇ ਤਿੰਨੇ ਪੁੱਤਰ ਅਫਸਰ ਹਨ ਤੇ ਉਹਨਾਂ ਕੋਲ ਅੰਨੀ ਦੌਲਤ ਹੈ। ਪੁਲਿਸ ਵਾਲੇ ਵੀ ਉਹਨਾਂ ਤੋਂ ਪੁੱਛ ਕੇ ਤੁਰਦੇ ਹਨ। ਕਿਸੇ ਸੀਰੀ, ਛੋਟੇ ਕਿਸਾਨ ਜਾਂ ਕੰਮੀ ਦੀ ਉਹ ਰਤਾ ਪਰਵਾਹ ਨਹੀਂ ਕਰਦੇ। ਉਹ ਨਹਿਰ ਨੂੰ ਪਾੜ ਲਾ ਕੇ ਦੂਜਿਆਂ ਦੇ ਖੇਤਾਂ ਨੂੰ ਪਾਣੀ ਤੋਂ ਵਾਂਝੇ ਕਰਦੇ ਹਨ। ਹੁਣ ਵੀ ਉਹਨਾਂ ਨੇ ਇਸੇ ਤਰ੍ਹਾਂ ਹੀ ਕੀਤਾ ਹੈ। ਉਹਨਾਂ ਦਾ ਧਰਮ ਵੀ ਕੋਈ ਨਹੀਂ। ਉਹ ਗੁਰਦੁਆਰੇ ਵਿੱਚ ਬੈਠ ਕੇ ਸਾਰੇ ਪਿੰਡ ਵਿੱਚ ਕੀਤੇ ਫੈਸਲੇ ਉੱਪਰ ਕਾਇਮ ਨਹੀਂ ਰਹਿੰਦੇ ਕਿ ਨਹਿਰ ਨੂੰ ਕੋਈ ਪਾੜ ਨਹੀਂ ਲਾਵੇਗਾ। ਆਪਣੀਆਂ ਚਾਮਦੀਆਂ ਚਲਾਉਣ ਲਈ ਉਹਨਾਂ ਕੋਲ ਭਾੜੇ ਦੇ ਬੰਦੇ ਹਨ ਜੋ ਕਿ ਸਮਾਜ ਦੁਸ਼ਮਣ ਸਰਗਰਮੀਆਂ ਵਿੱਚ ਲੱਗੇ ਰਹਿੰਦੇ ਹਨ ਤੇ ਚੱਠਿਆਂ ਦੇ ਹਿੱਤਾਂ ਉੱਪਰ ਡਟ ਕੇ ਪਹਿਰਾ ਦਿੰਦੇ ਹਨ। ਇਹਨਾਂ ਵਿੱਚ ਭੀਮਾ ਬਲੈਕੀਆ, ਚੰਦੂ 10 ਨੰਬਰੀਆ ਤੇ ਹੁਕਮੇ ਦਲਾਲ ਤੋਂ ਬਿਨਾਂ ਬਲਕਾਰੀ ਵੀ ਸ਼ਾਮਿਲ ਹੈ ਜਿਸਨੂੰ ਬੰਦਾ ਵੱਢ ਕੇ 100 ਬੋਤਲ ਦਾ ਨਸ਼ਾ ਚੜ੍ਹਦਾ ਹੈ। ਉਹ ਲੋੜ ਪੈਣ ਉੱਤੇ ਵਿਰੋਧੀਆਂ ਨਾਲ ਹਥਿਆਰਾਂ ਨਾਲ ਵੀ ਨਿਬੜ ਲੈਂਦਾ ਹੈ। ਇਸ ਤੋਂ ਬਿਨਾਂ ਚੱਠਿਆਂ ਦਾ ਕਰਜ਼ਾ ਤੇ ਕੁਝ ਲੋਕਾਂ ਉੱਪਰ ਉਹਨਾਂ ਦੇ ਹੋਰ ਅਹਿਸਾਨ ਵੀ ਲੋਕਾਂ ਵਿੱਚੋਂ ਉਹਨਾਂ ਦੇ ਵਿਰੋਧ ਨੂੰ ਖੁੰਡਾ ਕਰਦੇ ਹਨ। ਕਹਾਣੀ ਵਿੱਚ ਦੂਜਾ ਧੜਾ ਡੁੱਡੇ ਫੌਜੀ ਵਰਗੇ ਘੱਟ ਜ਼ਮੀਨ ਵਾਲੇ ਜੱਟਾਂ ਤੇ ਕਮੀਆਂ ਦਾ ਹੈ। ਡੁੱਡਾ ਫੌਜੀ ਇਹਨਾਂ ਦੇ ਆਗੂ ਵਜੋਂ ਉੱਭਰਦਾ ਹੈ। ਉਹ ਚੱਠਿਆਂ ਦੁਆਰਾ ਨਹਿਰ ਨੂੰ ਪਾੜ ਲਾਉਣ ਵਿਰੁੱਧ ਲੋਕ ਸ਼ਕਤੀ ਨੂੰ ਲਾਮਬੰਦ ਕਰਨ ਦਾ ਯਤਨ ਕਰਦਾ ਹੈ, ਪਰ ਇਹ ਲੋਕ ਸ਼ਕਤੀ ਅਜੇ ਪੂਰੀ ਤਰ੍ਹਾਂ ਇਕਮੁੱਠ ਨਹੀਂ। ਇਸ ਵਿੱਚ ਤਰ੍ਹਾਂ ਤਰ੍ਹਾਂ ਦੇ ਬੰਦੇ ਸ਼ਾਮਲ ਹਨ। ਇਹਨਾਂ ਵਿੱਚ ਮਾਸਟਰ ਵਰਗੇ ਚੇਤਨ ਵਿਅਕਤੀ ਵੀ ਹਨ ਤੇ ਬਾਰੂ ਟਾਂਗੇ ਵਰਗੇ ਆਪਣੇ ਅਧਿਕਾਰਾਂ ਲਈ ਡਟਣ ਵਾਲੇ ਵੀ ਹਨ, ਪਰ ਗਾਮੇ ਵਰਗੇ ਫੁਕਰੇ ਵੀ ਹਨ ਜਿਹੜੇ ਬਲਕਾਰੀ ਦੀ ਇੱਕੋ ਭਬਕੀ ਤੋਂ ਡਰ ਜਾਂਦੇ ਹਨ। ਇਹਨਾਂ ਵਿੱਚ ਛੱਜੂ ਅਮਲੀ ਵਰਗੇ ਵੀ ਹਨ ਜੋ ਗੱਲ ਨੂੰ ਹੀ ਬਦਲ ਦੇਣਾ ਚਾਹੁੰਦੇ ਹਨ। ਇਸ ਤੋਂ ਬਿਨਾਂ ਨੂਰੇ ਰੰਗੜ ਵਰਗੇ ਵੀ ਹਨ ਜੋ ਗੱਲ ਤਾਂ ਕੋਈ ਕਰਨ ਆਉਂਦੇ ਹਨ ਪਰ ਅਮਲੀ ਤੌਰ 'ਤੇ ਕੁਝ ਹੋਰ ਹੀ ਕਰ ਲੈਂਦੇ ਹਨ। ਜਿਸ ਤਰ੍ਹਾਂ ਉਸਦੀ ਟਾਂਗਿਆਂ ਨੂੰ ਫੇਲ ਕਰਨ ਲਈ ਟਰੈਕਟਰ ਟਰਾਲੀਆਂ ਚਲਾਉਣ ਦੀ ਸਕੀਮ ਨਾਲ ਡੁੱਡੇ ਫੌਜੀ ਦੀ ਚੱਠਿਆਂ ਵਿਰੁੱਧ ਅਰਜ਼ੀ ਦੇਣ ਦੀ ਗੱਲ ਵਿੱਚੇ ਦਬ ਜਾਂਦੀ ਹੈ। ਇਸ ਪ੍ਰਕਾਰ ਬੇਸ਼ੱਕ ਡੁੱਡੇ ਫੌਜੀ ਦਾ ਧੜਾ ਚੱਠਿਆਂ ਨਾਲ ਪੂਰੀ ਤਰ੍ਹਾਂ ਟੱਕਰ ਲੈਣ ਦੇ ਸਮਰੱਥ ਨਹੀਂ, ਪਰ ਕਹਾਣੀਕਾਰ ਮਾਸਟਰ ਤੇ ਗੱਭਰੂ ਮੁੰਡਿਆਂ ਵਰਗੇ ਚੇਤਨ ਬੰਦਿਆਂ ਦੀ ਹੋਂਦ ਦਰਸਾ ਕੇ ਤੇ ਇਕੱਲੇ ਡੁੱਡੇ ਫੌਜੀ ਦੀ ਵਿਸਾਖੀ ਪਿੰਡ ਵਿੱਚ ਡਮਰੂ ਵਾਂਗ ਖੜਕਦੀ ਤੇ ਦੂਰ ਤੱਕ ਸੁਣਾਈ ਦਿੰਦੀ ਦਰਸਾ ਕੇ ਭਵਿੱਖ ਵਿੱਚ ਲੋਕ ਸ਼ਕਤੀ ਦੇ ਉਭਰਨ ਦੀ ਆਸ ਬੰਨ੍ਹਦਾ ਹੈ।
ਇਸ ਪ੍ਰਕਾਰ ਇਸ ਕਹਾਣੀ ਦਾ ਵਿਸ਼ਾ ਪੇਂਡੂ ਜੀਵਨ ਦੇ ਯਥਾਰਥ ਨੂੰ ਪੇਸ਼ ਕਰਦਾ ਹੈ ਤੇ ਅਗਾਂਹ-ਵਧੂ ਵਿਚਾਰਾਂ ਦਾ ਵਾਹਕ ਹੈ। ਕਹਾਣੀ 7ਵੀਂ ਗਰਾਊਂਡ ਜ਼ੀਰੋ। ਗਰਾਊਂਡ ਜ਼ੀਰੋ ਕਹਾਣੀ ਹਰਭਜਨ ਸਿੰਘ ਦੀ ਲਿਖੀ ਹੈ। ਇਸ ਕਹਾਣੀ ਦਾ ਵਿਸ਼ਾ ਅਮਰੀਕਾ ਦੇ ਟਵਿਨ ਟਾਵਰਜ਼ ਉੱਤੇ ਹੋਏ ਹਮਲੇ ਤੇ ਇਸ ਲਈ ਅਮਰੀਕਾ ਸਰਕਾਰ ਵੱਲੋਂ ਉਸਾਮਾ ਬਿਨ ਲਾਦੇਨ ਤੇ ਉਸਦੇ ਮੁਸਲਿਮ ਅੱਤਵਾਦੀ ਸੰਗਠਨਾਂ ਨੂੰ ਜ਼ਿੰਮੇਵਾਰ ਠਹਿਰਾਏ ਜਾਣ ਮਗਰੋਂ ਅਮਰੀਕੀ ਲੋਕਾਂ ਵਿੱਚ ਮੁਸਲਮਾਨਾਂ ਤੇ ਉਸਾਮਾ ਬਿਨ ਲਾਦੇਨ ਦੀ ਦਾੜ੍ਹੀ ਤੇ ਪਗੜੀ ਵਾਲੀ ਸ਼ਕਲ ਨਾਲ ਮਿਲਦੇ ਪ੍ਰਵਾਸੀ ਸਿੱਖਾਂ ਵਿਰੁੱਧ ਚੱਲਿਆ ਹੇਟ ਕ੍ਰਾਈਮ ਹੈ, ਜਿਸਦੇ ਨਤੀਜੇ ਵਜੋਂ ਸਿੱਖ ਬਹੁਤ ਸਹਿਮ ਗਏ ਸਨ ਤੇ ਉਹ ਮਹੀਨਾ ਘਰਾਂ ਵਿੱਚੋਂ ਬਾਹਰ ਹੀ ਨਹੀਂ ਸਨ ਨਿਕਲ ਸਕੇ। ਪੰਨੂ ਵਰਗੇ ਕੈਬ ਡਰਾਈਵਰਾਂ ਨੇ ਆਪਣੀ ਪੱਗ ਲਾ ਕੇ ਆਪਣੇ ਵਾਲ ਵੀ ਕਟਾ ਲਏ, ਪਰ ਫਿਰ ਵੀ ਉਹ ਇਸ ਹਨੇਰੀ ਤੋਂ ਨਾ ਬਚ ਸਕੇ। ਪੰਨੂ, ਸਕਾਟ, ਸਾਈਮਨ ਤੇ ਗਲੋਰੀਆ, ਜਿਨ੍ਹਾਂ ਦੇ 9 ਪੁੱਤਰ ਟਵਿਨ ਟਾਵਰ ਉੱਪਰ ਹੋਏ ਹਮਲੇ ਸਮੇਂ ਮਾਰੇ ਗਏ ਸਨ, ਨਾਲ ਉਹਨਾਂ ਦਾ ਦੁੱਖ ਵੰਡਾਉਣ ਦਾ ਯਤਨ ਕਰਦਾ ਹੈ, ਪਰ ਸਕਾਟ ਉਸਦੀ ਸ਼ਕਲ ਦੇਖ ਕੇ ਉਸਨੂੰ ਆਪਣਾ ਦੁਸ਼ਮਣ ਹੀ ਸਮਝ ਲੈਂਦਾ ਹੈ। ਉਸਦੇ ਮਨ ਵਿੱਚ ਪੈਦਾ ਹੋਈ ਨਫ਼ਰਤ ਤੇ ਗੁੱਸਾ ਦੇਖ ਕੇ ਪੰਨੂ ਬਿਨਾਂ ਕਿਰਾਇਆ ਲਿਆ ਹੀ ਉੱਥੋਂ ਭੱਜ ਆਉਂਦਾ ਹੈ, ਪਰ ਸਕਾਟ ਉਸਨੂੰ ਬੁਰਾ ਭਲਾ ਬੋਲਦਾ ਹੈ ਤੇ ਐਨੀ ਬੁਖਲਾਹਟ ਵਿੱਚ ਆ ਜਾਂਦਾ ਹੈ ਕਿ ਉਸਨੂੰ ਹਾਰਟ ਅਟੈਕ ਹੋ ਜਾਂਦਾ ਹੈ, ਜਿਸ ਕਰਕੇ ਉਸਦੀ ਪਤਨੀ ਨੂੰ ਉਸਦੀ ਡਾਕਟਰੀ ਸਹਾਇਤਾ ਲਈ 911 'ਤੇ ਫੋਨ ਕਰਨਾ ਪੈਂਦਾ ਹੈ। ਇਸ ਗੱਲ ਦਾ ਪੰਨੂ ਦੇ ਮਨ ਉੱਤੇ ਵੀ ਬਹੁਤ ਬੁਰਾ ਅਸਰ ਪੈਂਦਾ ਹੈ। ਇਸ ਪਿੱਛੋਂ ਕੈਬ ਦਾ ਦੂਜਾ ਗੇੜਾ ਲਾਉਣ ਸਮੇਂ ਉਸਨੂੰ ਹੋਰ ਵੀ ਬੇਇੱਜ਼ਤੀ ਦਾ ਸਾਹਮਣਾ ਕਰਨਾ ਪੈਂਦਾ ਹੈ। ਹੀਨਤਾ ਭਾਵ ਨਾਲ ਭਰਿਆ ਉਹ ਘਰ ਪਰਤ ਜਾਣਾ ਚਾਹੁੰਦਾ ਹੈ, ਪਰ ਬਿੱਲਾਂ ਦੇ ਭੁਗਤਾਨ ਤੇ ਘਰ ਦੇ ਹੋਰ ਖਰਚੇ ਕਿਵੇਂ ਪੂਰੇ ਹੋਣਗੇ, ਇਸ ਕਰਕੇ ਉਸਨੇ ਘਰ ਮੁੜਨ ਦਾ ਖਿਆਲ ਛੱਡ ਦਿੱਤਾ। ਉਸਨੂੰ ਭੁੱਖ ਲੱਗੀ ਸੀ। ਉਹ ਇੱਕ ਰੈਸਟੋਰੈਂਟ ਵੱਲ ਤੁਰ ਪਿਆ। ਰਾਹ ਵਿੱਚ ਉਹ ਇੱਕ ਅਰਬੀ ਰੈਸਟੋਰੈਂਟ ਨੂੰ ਵੀ ਹੇਟ ਕ੍ਰਾਈਮ ਦੀ ਭੇਟ ਚੜ੍ਹਿਆ ਦੇਖਦਾ ਹੈ। ਫਿਰ ਜਦੋਂ ਜੰਗ ਵਿਰੋਧੀ ਰੈਲੀ ਵਿੱਚ ਭਾਸ਼ਣ ਸੁਣਨ ਮਗਰੋਂ ਤੇ ਉੱਥੋਂ ਨਾਅਰੇ ਮਾਰਨ ਮਗਰੋਂ ਉਸਦੇ ਮਨ ਨੂੰ ਜ਼ਰਾ ਹੌਸਲਾ ਪ੍ਰਾਪਤ ਹੁੰਦਾ ਹੈ, ਤਾਂ ਉਸਨੂੰ ਆਪਣੀ ਪਤਨੀ ਤੋਂ ਭੂਤਰੇ ਨਸਲਵਾਦੀਆਂ ਹੱਥੋਂ ਰਣਬੀਰ ਸੋਢੀ ਦੇ ਮਾਰੇ ਜਾਣ ਦੀ ਖ਼ਬਰ ਮਿਲਦੀ ਹੈ। ਇਸ ਨਾਲ ਉਸਦੇ ਦਿਲ ਉੱਤੇ ਬਹੁਤ ਸੱਟ ਵੱਜਦੀ ਹੈ। ਉਹ ਸਦਮੇ ਦਾ ਮਾਰਿਆ ਰੈਲੀ ਤੋਂ ਬਾਹਰ ਨਿਕਲਣ ਲੱਗ ਪੈਂਦਾ ਹੈ। ਉਹ ਦੇਖਦਾ ਹੈ ਕਿ ਉੱਥੇ ਪੱਗ ਦਾੜ੍ਹੀ ਵਾਲਾ ਕੋਈ ਵੀ ਨਹੀਂ। ਉਹ ਦੇਖਦਾ ਹੈ ਕਿ ਸਭ ਸਿੱਖਾਂ ਨੇ ਆਪਣੀਆਂ ਕਾਰਾਂ ਦੇ ਅੱਗੇ ਪਿੱਛੇ ਕੈਬਾਂ, ਕਾਰਾਂ ਅਤੇ ਕਾਰੋਬਾਰਾਂ ਉੱਤੇ ਅਮਰੀਕਨ ਝੰਡੇ ਲਾਏ ਹੋਏ ਹਨ, ਜਿਸਦਾ ਮਤਲਬ ਹੈ ਕਿ ਸਿੱਖ ਅਮਰੀਕਾ ਦਾ ਸਮਰਥਨ ਕਰਦੇ ਹਨ। ਇਹ ਝੰਡਾ ਪੰਨੂ ਨੂੰ ਅਮਰੀਕਨ ਰਾਸ਼ਟਰਪਤੀ ਦੇ ਭਾਸ਼ਣ ਦੇ ਰੰਗ ਨਾਲ ਤਾਜ਼ਾ ਆਪਣੇ ਦਿਮਾਗ ਵਿੱਚ ਗੱਡਿਆ ਮਹਿਸੂਸ ਹੁੰਦਾ ਹੈ। ਉਸਨੂੰ ਮਹਿਸੂਸ ਹੁੰਦਾ ਹੈ ਕਿ ਉਹ ਦਰਿਆ ਵਿੱਚ ਰਹਿ ਕੇ ਮਗਰਮੱਛ ਨਾਲ ਵੈਰ ਨਹੀਂ ਰੱਖ ਸਕਦਾ, ਅਰਥਾਤ ਉਹ ਜੰਗ ਦਾ ਵਿਰੋਧ ਨਹੀਂ ਕਰ ਸਕਦਾ। ਉਸਨੂੰ ਆਪਣੀ ਪਤਨੀ ਤੇ ਸਭ ਪ੍ਰਵਾਸੀ ਪਤਨੀਆਂ ਦੇ ਮਨ ਵਿੱਚ ਵੱਸਦੀ ਆਪਣੀ ਲਾਚਾਰ ਹੋਂਦ ਤੇ ਮਸ਼ੀਨ ਦਾ ਪੁਰਜ਼ਾ ਬਣ ਕੇ ਮਨੁੱਖੀ ਸੰਵੇਦਨਹੀਨਤਾ ਤੋਂ ਹੱਥ ਧੋ ਚੁੱਕੇ ਪ੍ਰਵਾਸੀ ਮਨੁੱਖ ਦੀ ਬੇਵੱਸੀ ਭਰੀ ਤੇ ਨਿਆਸਰੀ ਹਾਲਤ ਦਾ ਅਨੁਭਵ ਹੁੰਦਾ ਹੈ। ਇਸ ਸਥਿਤੀ ਵਿੱਚ ਉਹ ਅਜਿਹਾ ਬੇਕਦਰੀ ਤੇ ਜਲਾਲਤ ਭਰਿਆ ਜੀਵਨ ਜਿਉਣ ਲਈ ਮਜਬੂਰ ਹੈ। ਕਹਾਣੀ ਵਿੱਚ ਇਸ ਹੇਟ ਕ੍ਰਾਈਮ ਦੇ ਵਿਸ਼ੇ ਤੋਂ ਇਲਾਵਾ ਅਮਰੀਕਾ ਵਿੱਚ ਟਵਿਨ ਟਾਵਰ ਉੱਤੇ ਹੋਏ ਹਮਲੇ ਦੇ ਸਿੱਟੇ ਵਜੋਂ ਉਹਨਾਂ ਅਮਰੀਕਨ ਲੋਕਾਂ ਦੀ ਦੁੱਖ ਭਰੀ ਹਾਲਤ ਨੂੰ ਵੀ ਬਿਆਨ ਕੀਤਾ ਗਿਆ ਹੈ, ਜਿਨ੍ਹਾਂ ਦੇ ਸੰਬੰਧੀ ਅਤੇ ਸੱਜਣ ਮਿੱਤਰ ਇਸ ਵਿੱਚ ਮਾਰੇ ਗਏ ਸਨ ਤੇ ਉਹਨਾਂ ਨੂੰ DNA ਟੈਸਟ ਮਗਰੋਂ ਲਿਫਾਫੇ ਵਿੱਚ ਉਹਨਾਂ ਦੇ ਸਰੀਰਾਂ ਦਾ ਇੱਕ ਛੋਟਾ ਜਿਹਾ ਟੁਕੜਾ ਹੀ ਮਿਲਿਆ ਸੀ। ਜਿੰਨੀ ਦੁੱਖ ਭਰੀ ਹਾਲਤ ਮੁੱਖ ਪਾਤਰ ਪੰਨੂ ਨੇ ਉਦੋਂ ਅਮਰੀਕਨ ਲੋਕਾਂ ਦੀ ਦੇਖੀ ਸੀ, ਐਨੀ ਉਸਨੇ ਪਹਿਲਾਂ ਕਦੇ ਵੀ ਨਹੀਂ ਸੀ ਦੇਖੀ। ਇਸ ਦੇ ਨਾਲ ਹੀ ਕਹਾਣੀਕਾਰ ਦੱਸਦਾ ਹੈ ਕਿ ਪੰਨੂ ਵਰਗੇ ਪ੍ਰਵਾਸੀ ਨੂੰ ਆਪਣੀ ਸ਼ਕਲ ਕਰਕੇ ਆਪਣੇ ਦੇਸ਼ ਵਿੱਚ ਵੀ ਅਜਿਹੇ ਸੰਕਟ ਵਿੱਚੋਂ ਲੰਘਣਾ ਪਿਆ ਸੀ। ਜਦੋਂ ਉਹ ਰਾਜਾ ਸਾਂਸੀ ਤੇ ਇਸਦੇ ਆਲੇ ਦੁਆਲੇ ਟੈਕਸੀ ਚਲਾਉਂਦਾ ਹੁੰਦਾ ਸੀ, ਉਦੋਂ ਉਸਨੂੰ ਇੱਥੋਂ ਦੇ ਹਾਲਾਤਾਂ ਕਰਕੇ ਦਾੜ੍ਹੀ ਕੇਸ ਰੱਖਣੇ ਪਏ ਤੇ ਪੱਗ ਬੰਨ੍ਹਣੀ ਸੀ।
ਫਿਰ ਅਮਰੀਕਾ ਦੇ ਹਾਲਾਤਾਂ ਨੇ ਉਸ ਨੂੰ ਇਹਨਾਂ ਸਭ ਪਛਾਣ ਚਿੰਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਮਜਬੂਰ ਕਰ ਦਿੱਤਾ। ਇਸ ਤੋਂ ਬਿਨਾਂ ਕਹਾਣੀਕਾਰ ਇਹ ਵੀ ਸਪਸ਼ਟ ਕਰਦਾ ਹੈ ਕਿ ਟਵਿਨ ਟਾਵਰਜ਼ ਵਰਗੀਆਂ ਅੱਤਵਾਦੀ ਦੁਖਾਂਤਕ ਘਟਨਾਵਾਂ ਦਾ ਜ਼ਿੰਮੇਵਾਰ ਜਿੱਥੇ ਉਸਾਮਾ ਬਿਨ ਲਾਦੇਨ ਹੈ ਤਾਂ ਦੂਜੇ ਪਾਸੇ ਅਮਰੀਕਨ ਸਾਮਰਾਜ ਵੀ ਹੈ। ਇਸ ਪ੍ਰਕਾਰ ਇਸ ਕਹਾਣੀ ਦਾ ਵਿਸ਼ਾ ਟਵਿਨ ਟਾਵਰਜ਼ ਉੱਤੇ ਹੋਏ ਹਮਲੇ ਦੇ ਸਿੱਟੇ ਵਜੋਂ ਅਮਰੀਕਾ ਵਿੱਚ ਹੇਟ ਕ੍ਰਾਈਮ ਦਾ ਸ਼ਿਕਾਰ ਹੋਏ ਪ੍ਰਵਾਸੀ ਪੰਜਾਬੀ ਸਿੱਖਾਂ ਲਈ ਪੈਦਾ ਹੋਏ ਸੰਕਟ, ਸਹਿਮ ਅਤੇ ਅਸੁਰੱਖਿਆ ਦੀ ਸਥਿਤੀ ਤੇ ਉਹਨਾਂ ਦੀ ਮਜਬੂਰੀ ਨੂੰ ਪੇਸ਼ ਕਰਨਾ ਹੈ। ਕਹਾਣੀ 8ਵੀਂ ਗੁੱਡ ਡੀਲ। ਗੁੱਡ ਡੀਲ ਕਹਾਣੀ ਅਮਨਪਾਲ ਸਾਰਾ ਦੀ ਰਚਨਾ ਹੈ। ਇਸ ਦਾ ਵਿਸ਼ਾ ਪੱਛਮ ਦੀਆਂ ਧਨ ਕਮਾਊ ਪੂੰਜੀਵਾਦੀ ਰੁਚੀਆਂ ਦੇ ਪ੍ਰਭਾਵ ਹੇਠ ਪ੍ਰਵਾਸੀ ਪੰਜਾਬੀ ਬੰਦੇ ਦੀਆਂ ਬਦਲ ਰਹੀਆਂ ਤਰਜੀਹਾਂ ਨੂੰ ਪੇਸ਼ ਕਰਨਾ ਹੈ, ਜਿਨ੍ਹਾਂ ਕਾਰਨ ਉਹ ਆਪਣੇ ਸਭ ਤੋਂ ਨੇੜਲੇ ਰਿਸ਼ਤਿਆਂ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਤੋਂ ਪਹਿਲਾਂ ਆਪਣਾ ਮਾਇਕ ਫਾਇਦਾ ਨੁਕਸਾਨ ਮੁੱਖ ਰੱਖਣਾ ਸ਼ੁਰੂ ਕਰ ਦਿੰਦਾ ਹੈ। ਕਹਾਣੀ ਵਿੱਚ ਅਸੀਂ ਦੇਖਦੇ ਹਾਂ ਕਿ ਗੇਜੂ ਜਦੋਂ ਪੰਜਾਬ ਵਿੱਚ ਰਹਿੰਦਾ ਸੀ ਤਾਂ ਉਹ ਆਪਣੇ ਬਾਪੂ ਵਾਂਗੂ ਸਿਰੜੀ, ਮਿਹਨਤੀ ਤੇ ਪੈਸੇ ਬਚਾਉਣ ਵਾਲਾ ਸੀ, ਪਰ ਉਸਦਾ ਇਹ ਸਾਰਾ ਉੱਦਮ ਆਪਣੇ ਜੀਵਨ ਨੂੰ ਚੰਗੇਰਾ ਬਣਾਉਣ ਲਈ ਸੀ। ਪਰੰਤੂ ਜਦੋਂ ਉਹ ਕੈਨੇਡਾ ਚਲਾ ਜਾਂਦਾ ਹੈ ਤਾਂ ਉੱਥੇ ਵੀ ਉਹ ਸਿਰੜ ਤੇ ਮਿਹਨਤ ਨਾਲ ਡਾਲਰ ਕਮਾਉਂਦਾ ਹੈ। ਡਾਲਰ ਕਮਾਉਣ ਦੀ ਹਿਰਸ ਉਸ ਵਿੱਚ ਇੰਨੀ ਹੈ ਕਿ ਉਹ ਓਵਰਟਾਈਮ ਲਾਉਂਦਾ ਹੈ ਤੇ ਖੂਬ ਪੈਸੇ ਕਮਾਉਂਦਾ ਹੈ। ਇਸ ਦੇ ਨਾਲ ਹੀ ਉਹ ਕੋਈ ਪੁਰਾਣੀ ਕਾਰ, ਫਰਿੱਜ ਜਾਂ ਟੀਵੀ ਸਸਤੀ ਕੀਮਤ ਉੱਤੇ ਖਰੀਦਦਾ ਹੈ ਤੇ ਉਸਦੀ ਥੋੜ੍ਹੀ ਬਹੁਤੀ ਮੁਰੰਮਤ ਕਰਾ ਕੇ ਵੇਚ ਦਿੰਦਾ। ਕਦੀ-ਕਦੀ ਉਹ ਕੋਈ ਮਹਿੰਗੀ ਚੀਜ਼ ਅਖਬਾਰ ਵਿੱਚੋਂ ਦੇਖ ਕੇ ਸਸਤੀ ਕੀਮਤ 'ਤੇ ਖਰੀਦ ਲਿਆਉਂਦਾ ਤੇ ਉਸਨੂੰ ਆਪਣੇ ਭਾਈ ਭੰਦਾ ਨੂੰ ਦਿਖਾਉਂਦਾ ਹੋਇਆ ਕਹਿੰਦਾ, ਹੈ ਕਿ ਨਹੀਂ ਗੁੱਡ ਡੀਲ। ਇਸੇ ਤਰ੍ਹਾਂ ਉਸਨੇ ਰਿਟਾਇਰਮੈਂਟ ਦੇ ਨੇੜੇ ਪੁੱਜੇ ਆਪਣੇ ਮਿਲ ਸੁਪਰਵਾਈਜ਼ਰ ਜੋਰੀ ਨੂੰ ਗੱਲਾਂ ਨਾਲ ਅਜਿਹਾ ਪੁਚਲਾਇਆ ਕਿ ਉਸਨੇ ਇਸ ਨੂੰ ਆਪਣਾ ਮਕਾਨ ਵੇਚ ਦਿੱਤਾ ਤੇ ਦੋਹਾਂ ਨੇ ਇਸ ਨੂੰ ਗੁੱਡ ਡੀਲ ਸਮਝਿਆ। ਉਹ ਹੁਣ ਗੇਜੂ ਕੋਲ ਆਪਣੇ ਰਿਹਾਇਸ਼ੀ ਮਕਾਨ ਸਮੇਤ 4 ਮਕਾਨ ਸਨ ਜੋ ਉਸਨੇ ਕਿਰਾਏ ਉੱਤੇ ਚਾੜੇ ਹੋਏ ਸਨ। ਉਹ ਕਿਸੇ ਮਿੱਤਰ ਸੰਬੰਧੀ ਨੂੰ ਬਹੁਤਾ ਮਿਲਦਾ ਵੀ ਨਾ ਤੇ ਉਸ ਬਾਰੇ ਮਸ਼ਹੂਰ ਸੀ ਕਿ ਉਹ ਬਿਨਾਂ ਮਤਲਬ ਤੋਂ ਕਿਸੇ ਦੀ ਵੱਡੀ ਉਂਗਲੀ ਉੱਤੇ ਮੂਤਦਾ ਨਹੀਂ। ਇਸ ਪ੍ਰਕਾਰ ਉਹ ਆਪਣੇ ਆਪ ਨੂੰ ਪੂਰੀ ਤਰ੍ਹਾਂ ਮੰਡੀ ਸੱਭਿਆਚਾਰ ਵਿੱਚ ਢਾਲ ਕੇ ਧਨ ਕਮਾਉਣ ਤੇ ਜਾਇਦਾਦ ਵਧਾਉਣ ਵਿੱਚ ਰੁੱਝਿਆ ਹੋਇਆ ਸੀ। ਮਤਲਬੀ, ਖੁਦਗਰਜ਼ ਤੇ ਪੈਸੇ ਦੇ ਪੁੱਤਰ ਅਜਿਹੇ ਬੰਦੇ ਦੀ ਕਮੀਨਗੀ ਤੇ ਇਨਸਾਨੀਅਤ ਤੋਂ ਸੱਖਣਾਪਣ ਉਦੋਂ ਪੂਰੀ ਤਰ੍ਹਾਂ ਜ਼ਾਹਰ ਹੋ ਜਾਂਦਾ ਹੈ ਜਦੋਂ ਉਹ ਆਪਣੇ ਬਾਪ ਵਰਗੇ ਨੇੜੇ ਦੇ ਸੰਬੰਧੀ ਪ੍ਰਤੀ ਆਪਣੀਆਂ ਨੈਤਿਕ ਜ਼ਿੰਮੇਵਾਰੀਆਂ ਨਿਭਾਉਂਦਾ ਹੋਇਆ ਵੀ ਨਫ਼ੇ ਨੁਕਸਾਨ, ਧਨ ਦੀ ਬਚਤ ਤੇ ਕਮਾਈ ਨੂੰ ਮੋਹਰੇ ਰੱਖ ਲੈਂਦਾ ਹੈ। ਪਹਿਲਾਂ ਤਾਂ ਗੇਜੂ ਨੇ ਜਦੋਂ ਆਪਣੇ ਬਾਪ ਸਾਧੂ ਸਿੰਘ ਨੂੰ ਕੈਨੇਡਾ ਮੰਗਵਾਉਣਾ ਹੁੰਦਾ ਹੈ ਤਾਂ $50 ਬਚਾਉਣ ਦੀ ਖਾਤਰ ਉਸਨੂੰ ਉਹ ਟਿਕਟ ਲੈ ਕੇ ਭੇਜਦਾ ਹੈ, ਜਿਸ ਦੀ ਫਲਾਈਟ ਰਸਤੇ ਵਿੱਚ 20 ਥਾਈਂ ਰੁਕ ਕੇ 3 ਦਿਨਾਂ ਮਗਰੋਂ ਦਿੱਲੀ ਤੋਂ ਵੈਨਕੂਵਰ ਪਹੁੰਚਦੀ ਸੀ। ਰਸਤੇ ਵਿੱਚ ਭੁੱਖੇ ਪਿਆਸੇ ਉਸਦੇ ਬਾਪੂ ਦੀ ਬੁਰੀ ਹਾਲਤ ਹੋਈ, ਕਿਉਂਕਿ ਨਾ ਤਾਂ ਉਸਨੂੰ ਜਹਾਜ਼ ਵਾਲਿਆਂ ਤੋਂ ਕੁਝ ਮੰਗਣਾ ਆਉਂਦਾ ਸੀ ਤੇ ਨਾ ਹੀ ਉਹਨਾਂ ਦਾ ਦਿੱਤਾ ਉਸਦੇ ਅੰਦਰ ਲੰਘਦਾ ਸੀ। ਫਿਰ ਉਹ ਤੇ ਉਸਦੀ ਪਤਨੀ ਉਸਨੂੰ ਘਰ ਦੇ ਬੇਸਮੈਂਟ ਵਿੱਚ ਵਾੜ ਕੇ ਕਹਿੰਦੇ ਸਨ ਕਿ ਉਸਨੇ ਉੱਥੇ ਹੀ ਰਹਿਣਾ ਹੈ ਤੇ ਸਿਰਫ ਰੋਟੀ ਖਾਣ ਲਈ ਹੀ ਉੱਪਰ ਆਉਣਾ ਹੈ। ਇਸ ਮਿੱਠੀ ਜੇਲ੍ਹ ਵਿੱਚ ਕੈਦ ਹੋਇਆ ਉਹ ਵਾਪਸ ਇੰਡੀਆ ਚਲੇ ਜਾਣਾ ਚਾਹੁੰਦਾ ਸੀ, ਪਰ ਉਹ ਉਸਦੀ ਟਿਕਟ ਉੱਤੇ ਪੈਸੇ ਖਰਚਣ ਲਈ ਤਿਆਰ ਨਹੀਂ ਹੁੰਦੇ। ਇਸ ਤਰ੍ਹਾਂ ਦੁਖੀ ਤੇ ਪਰੇਸ਼ਾਨ ਹੋਏ ਬਾਪੂ ਦੀ ਮੌਤ ਹੋ ਜਾਂਦੀ ਹੈ ਤਾਂ ਉਹ ਉਸਦੇ ਸੰਸਕਾਰ ਤੇ ਭੋਗ ਦਾ ਦਿਨ ਆਮ ਲੋਕਾਂ ਵਾਂਗ ਵੀਕ ਦੇ ਅੰਤ ਵਿੱਚ ਨਹੀਂ ਰੱਖਦੇ, ਜਦੋਂ ਕਿ ਸਾਰਿਆਂ ਦਾ ਆਉਣਾ ਸੰਭਵ ਹੁੰਦਾ ਹੈ, ਸਗੋਂ ਹਫ਼ਤੇ ਦੇ ਕਾਰੋਬਾਰੀ ਦਿਨਾਂ ਵਿੱਚ ਵੀਕਡੇਜ਼ ਵਿੱਚ ਰੱਖਦੇ ਹਨ, ਕਿਉਂਕਿ ਉਹਨਾਂ ਵਿੱਚ ਨਵੇਂ ਬਣੇ ਫਿਊਨਰਲ ਹੋਮ ਵਿੱਚ ਅੱਧੇ ਪੈਸਿਆਂ ਦੀ ਛੋਟ ਮਿਲ ਗਈ ਸੀ। ਇਸ ਪਿੱਛੋਂ ਗੇਜੂ ਬਾਪੂ ਦਾ ਭੋਗ ਪਾਏ ਬਿਨਾਂ ਹੀ ਬੇਸਮੈਂਟ ਵਿੱਚ ਉਸ ਨਾਲ ਸੰਬੰਧਿਤ ਸਮਾਨ ਨੂੰ ਵੇਚ ਵੀ ਦਿੰਦਾ ਹੈ ਤੇ ਬੇਸਮੈਂਟ ਨੂੰ ਪਹਿਲੀ ਤਾਰੀਖ ਤੋਂ ਪਹਿਲਾਂ ਖਾਲੀ ਕਰ ਦੇਣਾ ਚਾਹੁੰਦਾ ਹੈ ਤਾਂ ਜੋ ਨਵੇਂ ਕਿਰਾਏਦਾਰ ਨੂੰ ਦਿੱਤਾ ਜਾ ਸਕੇ। ਇਸ ਪ੍ਰਕਾਰ ਇਸ ਕਹਾਣੀ ਦਾ ਵਿਸ਼ਾ ਪੱਛਮ ਦੀਆਂ ਧਨ ਕਮਾਊ ਪੂੰਜੀਵਾਦੀ ਰੁਚੀਆਂ ਦੇ ਪ੍ਰਭਾਵ ਹੇਠ ਪ੍ਰਵਾਸੀ ਪੰਜਾਬੀ ਬੰਦੇ ਦੀਆਂ ਬਦਲ ਰਹੀਆਂ ਤਰਜੀਹਾਂ ਨੂੰ ਪੇਸ਼ ਕਰਨਾ ਹੈ,
ਜਿਨ੍ਹਾਂ ਕਾਰਨ ਉਹ ਆਪਣੇ ਸਭ ਤੋਂ ਨੇੜਲੇ ਰਿਸ਼ਤਿਆਂ ਪ੍ਰਤੀ ਕਿਸੇ ਜ਼ਿੰਮੇਵਾਰੀ ਨੂੰ ਨਿਭਾਉਣ ਤੋਂ ਪਹਿਲਾਂ ਆਪਣਾ ਮਾਇਕ ਫਾਇਦਾ ਨੁਕਸਾਨ ਸੋਚਦਾ ਹੈ। ਇਸ ਪ੍ਰਕਾਰ ਇਹ ਪੂੰਜੀਵਾਦੀ ਯੁੱਗ ਵਿੱਚ ਠਰ ਚੁੱਕੇ ਰਿਸ਼ਤਿਆਂ ਦੀ ਕਹਾਣੀ ਹੈ। ਇਸ ਪ੍ਰਕਾਰ ਕਹਾਣੀ ਦਾ ਇਹ ਵਿਸ਼ਾ ਮੌਲਿਕ, ਯਥਾਰਥਕ, ਮਨੋਵਿਗਿਆਨਿਕ ਤੇ ਵਿਅੰਗਾਤਮਕ ਸੁਰ ਵਾਲਾ ਹੈ। ਕਹਾਣੀ ਨੌਵੀਂ, 2 ਮਿੰਟ ਹੋਰ ਰੁਕ ਜਾ। 2 ਮਿੰਟ ਹੋਰ ਰੁਕ ਜਾ ਕਹਾਣੀ ਜਿੰਦਰ ਦੀ ਲਿਖੀ ਹੋਈ ਹੈ। ਇਸ ਕਹਾਣੀ ਦਾ ਵਿਸ਼ਾ ਸ਼ਹਿਰੀ ਲੋਕਾਂ ਦੁਆਰਾ ਆਪਣੀ ਪੂੰਜੀਵਾਦੀ ਤੇ ਜਗੀਰੂ ਰੁਚੀ ਅਧੀਨ ਮਜ਼ਦੂਰ ਸ਼੍ਰੇਣੀ ਤੋਂ ਵਗਾਰਾਂ ਕਰਾ ਕੇ ਵੱਧ ਤੋਂ ਵੱਧ ਸ਼ੋਸ਼ਣ ਕਰਨਾ ਹੈ। ਇਸ ਮਕਸਦ ਲਈ ਉਹ ਉਹਨਾਂ ਦੇ ਪੱਲੇ ਸਿਵਾਏ ਚਾਹ ਦੇ ਕੱਪ ਜਾਂ ਆਪਣਤ ਤੇ ਹਮਦਰਦੀ ਭਰੇ ਬੋਲਾਂ ਤੋਂ ਹੋਰ ਕੁਝ ਵੀ ਨਹੀਂ ਪਾਉਣਾ ਚਾਹੁੰਦੇ। ਕਹਾਣੀ ਵਿੱਚ ਸੋਮਾ ਪਿੰਡੋਂ ਸ਼ਹਿਰ ਵਿੱਚ ਮਜ਼ਦੂਰੀ ਕਰਨ ਲਈ ਜਾਂਦਾ ਹੈ। ਉਂਝ ਤਾਂ ਪਿੰਡ ਵਿੱਚ ਵੀ ਉਸ ਤੋਂ ਵਗਾਰਾਂ ਕਰਾ ਲਈਆਂ ਜਾਂਦੀਆਂ ਹਨ, ਪਰ ਉੱਥੇ ਖਾਣ ਪੀਣ ਨੂੰ ਖੁੱਲ੍ਹਾ ਡੁੱਲ੍ਹਾ ਮਿਲਦਾ ਹੈ ਤੇ ਇਸ ਤੋਂ ਇਲਾਵਾ ਚੂਪਣ ਲਈ ਗੰਨੇ, ਭੁੰਨਣ ਲਈ ਛੋਲੇ, ਛੱਲੀਆਂ ਤੇ ਸਬਜ਼ੀ ਆਦਿ ਵੀ ਮਿਲ ਜਾਂਦੀ ਹੈ। ਪਰੰਤੂ ਪਿੰਡਾਂ ਵਿੱਚ ਵੀ ਦੇਸੀ ਮਜ਼ਦੂਰਾਂ ਲਈ ਕੰਮ ਘੱਟ ਗਿਆ ਹੈ, ਕਿਉਂਕਿ ਉਹਨਾਂ ਦੀ ਥਾਂ ਬਹੁਤ ਸਾਰੇ ਭਈਏ ਮਜ਼ਦੂਰ ਆ ਗਏ ਹਨ। ਸ਼ਹਿਰਾਂ ਵਿੱਚ ਜਾ ਕੇ ਪਹਿਲਾਂ ਤਾਂ ਚੌਂਕਾਂ ਵਿੱਚ ਬੈਠ ਕੇ ਕੰਮ ਕਰਾਉਣ ਵਾਲਿਆਂ ਦੀ ਉਡੀਕ ਕਰਨੀ ਪੈਂਦੀ ਹੈ ਤੇ ਕਈ ਵਾਰੀ 10 ਵਜੇ ਤੱਕ ਉਡੀਕ ਕਰਕੇ ਖਾਲੀ ਵੀ ਮੁੜਨਾ ਪੈਂਦਾ ਹੈ। ਕੰਮ ਲੈਣ ਲਈ ਕਿਸੇ ਨਾ ਕਿਸੇ ਮਿਸਤਰੀ ਨਾਲ ਅੱਟੀ ਸੱਟੀ ਲਾਉਣੀ ਪੈਂਦੀ ਹੈ। ਫਿਰ ਜਿੱਥੇ ਕੰਮ ਕਰੋ ਉੱਥੇ ਮਾਲਕ 1 ਮਿੰਟ ਲਈ ਵੀ ਆਰਾਮ ਨਹੀਂ ਕਰਨ ਦਿੰਦੇ। ਇਕੱਠੇ ਪੈਸੇ ਲੈਣ ਦੀ ਬਰਕਤ ਦੱਸ ਕੇ ਪੈਸੇ ਪੂਰੇ ਨਹੀਂ ਦਿੰਦੇ। ਸਾਰਾ ਦਿਨ ਕਿਸੇ ਦਾ ਸਿਰ ਦੁਖਦਾ ਹੋਣ 'ਤੇ ਵੀ ਚਾਹ ਆਦਿ ਨਹੀਂ ਪੁੱਛਦੇ, ਪਰ ਜਦੋਂ ਮੌਕਾ ਲੱਗਦਾ ਹੈ ਤਾਂ ਪੈਸੇ ਦੇਣ ਤੋਂ ਪਹਿਲਾਂ ਬਹੁਤ ਸਾਰੀਆਂ ਵਗਾਰਾਂ ਕਰਨ ਨੂੰ ਕਹਿ ਦਿੰਦੇ ਹਨ। ਇਸ ਮੰਤਵ ਲਈ ਉਹ ਉਹਨਾਂ ਨੂੰ ਚਾਹ ਆਦਿ ਤਾਂ ਪਿਲਾ ਦਿੰਦੇ ਹਨ, ਪਰੰਤੂ ਵਾਧੂ ਪੈਸਾ ਕੋਈ ਨਹੀਂ ਦਿੰਦੇ। ਉਹ ਮਿੱਠੇ ਪਿਆਰੇ ਬਣ ਕੇ ਆਪਣਤ ਤੇ ਹਮਦਰਦੀ ਦੀਆਂ ਗੱਲਾਂ ਕਰਦਿਆਂ ਨਾਲ-ਨਾਲ ਛੋਟੇ-ਮੋਟੇ ਕੰਮ ਵੀ ਕਰਾਈ ਜਾਂਦੇ ਹਨ। ਇਸ ਪ੍ਰਕਾਰ ਉਹ ਆਪਣਤ, ਪਿਆਰ ਤੇ ਹਮਦਰਦੀ ਦੀ ਜੁਗਤ ਨੂੰ ਵੀ ਆਪਣੇ ਹਿੱਤਾਂ ਲਈ ਵਰਤਦੇ ਹਨ। ਇਨ੍ਹਾਂ ਕੰਮਾਂ ਨੂੰ ਉਹ ਕੰਮਾਂ ਵਿੱਚ ਹੀ ਨਹੀਂ ਗਿਣਦੇ। ਅਗਲੇ ਦੀ ਭਾਵੇਂ ਅੱਧੀ ਦਿਹਾੜੀ ਹੋਰ ਲੱਗ ਜਾਵੇ ਤੇ ਉਸਦੇ ਘਰ ਦੀਆਂ ਲੋੜਾਂ ਦੀ ਪੂਰਤੀ ਤੇ ਬੱਚਿਆਂ ਦੀਆਂ ਚਾਹਤਾਂ ਬੇਸ਼ੱਕ ਦਮ ਤੋੜ ਦੇਣ। ਇਸ ਪ੍ਰਕਾਰ ਇਸ ਕਹਾਣੀ ਦਾ ਵਿਸ਼ਾ ਸ਼ਹਿਰੀ ਲੋਕਾਂ ਦੁਆਰਾ ਆਪਣੀ ਪੂੰਜੀਵਾਦੀ ਤੇ ਜਗੀਰੂ ਰੁਚੀ ਰਾਹੀਂ ਮਜ਼ਦੂਰ ਸ਼੍ਰੇਣੀ ਦਾ ਵਗਾਰਾਂ ਕਰਾ ਕੇ ਵੱਧ ਤੋਂ ਵੱਧ ਸ਼ੋਸ਼ਣ ਕਰਨਾ ਹੈ। ਕਹਾਣੀ ਦਾ ਇਹ ਵਿਸ਼ਾ ਯਥਾਰਥਕ ਹੈ, ਜੋ ਕਿ ਅਮੀਰ ਪੂੰਜੀਵਾਦੀ ਜਗੀਰੂ ਸ਼੍ਰੇਣੀ ਦੁਆਰਾ ਕੀਤੇ ਜਾਂਦੇ ਮਜ਼ਦੂਰ ਵਰਗ ਦੇ ਸ਼ੋਸ਼ਣ ਦੀ ਇੱਕ ਝਲਕ ਪੇਸ਼ ਕਰਦਾ ਹੈ। ਵਿਸ਼ੇ ਦੀ ਸੁਰ ਵਿੱਚ ਵਿਅੰਗ ਦਾ ਅੰਸ਼ ਵੀ ਹੈ। ਕਹਾਣੀ 10ਵੀਂ, ਬੇਰ ਵਰਗਾ ਫਲ। ਬੇਰ ਵਰਗਾ ਫਲ ਕਹਾਣੀ ਜਸਵਿੰਦਰ ਸਿੰਘ ਦੀ ਰਚਨਾ ਹੈ। ਇਸ ਕਹਾਣੀ ਦਾ ਵਿਸ਼ਾ ਪੰਜਾਬੀ ਬੰਦੇ ਦੇ ਪੱਛਮੀ ਮੁਲਕਾਂ ਨੂੰ ਜਾਣ ਦੀ ਕਦੀਮੀ ਚਾਹਤ ਨੂੰ ਪੇਸ਼ ਕਰਨਾ ਹੈ, ਜਿਸ ਅਧੀਨ ਉਹਨਾਂ ਦੀ ਬਹੁ-ਗਿਣਤੀ ਬਾਹਰ ਜਾਣ ਦੀ ਅੰਨੀ ਲਾਲਸਾ ਕਾਰਨ ਆਪਣੀ ਉਮਰ ਭਰ ਦੀ ਕਮਾਈ, ਮਾਣ-ਇੱਜ਼ਤ ਤੇ ਆਪਣਾ ਵਰਤਮਾਨ ਤੇ ਆਪਣਾ ਭਵਿੱਖ ਆਦਿ ਸਭ ਕੁਝ ਗੁਆ ਬੈਠਦੇ ਹਨ। ਕਹਾਣੀ ਵਿੱਚ ਅਸੀਂ ਦੇਖਦੇ ਹਾਂ ਕਿ ਪਹਿਲਾਂ ਤਾਂ ਮੁਖਤਾਰ ਕੌਰ ਆਪਣੀ B.Ed ਵਿੱਚ ਪੜ੍ਹਦੀ ਆਪਣੀ ਧੀ ਪੰਮੀ ਦੀ ਪੜ੍ਹਾਈ ਛੁਡਾ ਕੇ ਉਸਦਾ ਵਿਆਹ 10ਵੀਂ ਪਾਸ ਕਰਕੇ ਮਾਰੂਤੀ ਵਰਕਸ਼ਾਪ ਵਿੱਚ ਕੰਮ ਕਰਦੇ ਪਰ ਬਾਹਰ ਜਾਣ ਲਈ ਕਾਹਲੇ ਮੁੰਡੇ ਚਰਨ ਸਿੰਘ ਨਾਲ ਕਰ ਦਿੰਦੀ ਹੈ। ਅੱਗੋਂ ਚਰਨ ਸਿੰਘ ਬਾਹਰ ਜਾਣ ਦੀ ਆਪਣੀ ਚਾਹਤ ਪੂਰੀ ਕਰਨ ਲਈ ਧੋਖੇ ਤੋਂ ਕੰਮ ਲੈਂਦਾ ਹੈ। ਉਹ ਆਪਣੇ ਆਪ ਨੂੰ ਕੁਆਰਾ ਜ਼ਾਹਰ ਕਰਕੇ ਅਤੇ ਮਾਤਾ-ਪਿਤਾ ਸਮੇਤ ਵੱਡੀ ਭੈਣ ਉੱਤੇ ਆਸ਼ਰਿਤ ਹੋਣ ਦੇ ਕਾਗਜ਼ੀ ਕੈਨੇਡਾ ਪਹੁੰਚ ਜਾਂਦਾ ਹੈ। ਫਿਰ ਜਦੋਂ ਉਹ ਕੈਨੇਡਾ ਤੋਂ ਆ ਕੇ ਉੱਥੋਂ ਦੇ ਕਾਨੂੰਨ ਦੇ ਰਾਜ, ਦਵਾ-ਦਾਰੂ, ਡਾਕਟਰੀ ਸਹਾਇਤਾ, ਸੁੱਖ ਸਹੂਲਤਾਂ, ਬੁੱਢਿਆਂ ਲਈ ਪੈਨਸ਼ਨਾਂ ਤੇ ਬਾਗ ਵਿੱਚੋਂ ਬੇਰਾਂ ਵਰਗੇ ਫਲ ਤੋੜਨ ਦੇ ਕੰਮ ਵਰਗੀਆਂ ਗੱਲਾਂ ਦੱਸਦਾ ਹੈ ਤਾਂ 70 ਸਾਲ ਦੀ ਬੁੱਢੀ ਭਗਵਾਨ ਕੌਰ, ਜਿਹੜੀ ਗੋਡਿਆਂ ਦੇ ਦਰਦ ਕਾਰਨ ਉੱਠ ਨਹੀਂ ਸਕਦੀ ਤੇ ਜਿਸਨੂੰ ਅੱਖਾਂ ਤੋਂ ਠੀਕ ਤਰ੍ਹਾਂ ਦਿਸਦਾ ਨਹੀਂ ਸੀ, ਉਹ ਵੀ ਕੈਨੇਡਾ ਜਾਣ ਦੇ ਸੁਪਨੇ ਦੇਖਣ ਲੱਗਦੀ ਹੈ। ਇਸ ਮੰਤਵ ਲਈ ਉਹ ਅਚਾਨਕ ਫੌਜਣ ਦਾ ਘਰ ਦਾ ਕੰਮ ਛੱਡ ਕੇ ਆਪਣੇ ਵੱਡੇ ਪੁੱਤਰ ਦੇ ਪਰਿਵਾਰ ਨਾਲ ਆ ਕੇ ਰਹਿਣਾ ਸ਼ੁਰੂ ਕਰ ਦਿੰਦੀ ਹੈ, ਜਿਸ ਦੀ ਕੈਨੇਡਾ ਚਲੇ ਜਾਣ ਦੀ ਸੰਭਾਵਨਾ ਸੀ।
ਕਨੇਡਾ ਜਾਣ ਦੀ ਤਿਆਰੀ ਵਿੱਚ ਉਹ ਗੇਟ ਤੱਕ ਚੱਕਰ ਕੱਢਦੀ, ਗੋਡਿਆਂ ਉੱਤੇ ਮਾਲਿਸ਼ਾਂ ਕਰਦੀ ਤੇ ਆਏ ਗਏ ਨਾਲ ਹੱਸ-ਹੱਸ ਕੇ ਤੇ ਹੁੱਬ-ਹੁੱਬ ਕੇ ਗੱਲਾਂ ਕਰਦੀ। ਉਹ ਰਾਤ-ਦਿਨ ਕਨੇਡਾ ਵਿੱਚ ਆਪਣੇ ਭਵਿੱਖ ਦੇ ਸੁੱਖਾਂ ਭਰੇ ਜੀਵਨ ਬਾਰੇ ਸੋਚਦੀ। ਕਦੇ ਉਹ ਜਹਾਜ਼ ਵਿੱਚ ਬੈਠੀ ਅਨੁਭਵ ਕਰਦੀ, ਕਦੇ ਬੇਰ ਵਰਗੇ ਫਲ ਤੋੜਦੀ ਤੇ ਡਾਲਰ ਕਮਾਉਂਦੀ, ਕਦੀ ਬੁਢਾਪੇ ਦੀ ਪੈਨਸ਼ਨ ਲੈਂਦੀ ਤੇ ਇਸ ਤਰ੍ਹਾਂ ਆਪਣੇ ਸਵੈ-ਨਿਰਭਰ ਜੀਵਨ ਦੇ ਸੁਪਨੇ ਲੈਂਦੀ। ਪਰੰਤੂ ਜਦੋਂ ਹਰਬੰਸ ਸਿੰਘ ਤੇ ਉਸਦਾ ਪਰਿਵਾਰ ਉਸਨੂੰ ਛੱਡ ਕੇ ਚਲਾ ਜਾਂਦਾ ਹੈ ਤਾਂ ਉਸਨੂੰ ਨਾ ਕੇਵਲ ਆਪਣੇ ਰੰਗਲੇ ਸੁਪਨੇ ਹੀ ਢਹਿ-ਢੇਰੀ ਹੋਏ ਜਾਪਦੇ ਹਨ, ਸਗੋਂ ਇਹ ਵੀ ਅਨੁਭਵ ਹੁੰਦਾ ਹੈ ਕਿ ਉਸਦੀ ਰਿਸ਼ਤਿਆਂ ਤੇ ਪਿਆਰ ਦੀ ਸਾਰੀ ਖੱਟੀ ਕਮਾਈ ਵੀ ਬੁੱਢੀ ਮਾਈ ਦੇ ਝਾਟੇ ਵਾਂਗ ਉੱਡ-ਪੁੱਡ ਗਈ ਹੈ। ਉਹ ਨਾ ਕਨੇਡਾ ਜਾਣ ਜੋਗੀ ਰਹਿੰਦੀ ਹੈ ਤੇ ਨਾ ਹੀ ਆਪਣੇ ਛੋਟੇ ਪੁੱਤਰ ਦੇ ਘਰ ਰਹਿਣ ਜੋਗੀ। ਇਸ ਪ੍ਰਕਾਰ ਇਹ ਕਹਾਣੀ ਕੇਵਲ ਬੀਬੀ ਭਗਵਾਨ ਕੌਰ ਦਾ ਦੁਖਾਂਤ ਨਹੀਂ, ਸਗੋਂ ਇਹ ਉਸ ਤਰਾਸਦੀ ਵੱਲ ਸੰਕੇਤ ਕਰਦੀ ਹੈ ਜਿਹੜੀ ਵਿਦੇਸ਼ ਵਿੱਚ ਜਾਣ ਦੀ ਅੰਨੀ ਲਾਲਸਾ ਵਿੱਚ ਆਪਣੀ ਸਾਰੀ ਉਮਰ ਦੀ ਖੱਟੀ ਕਮਾਈ, ਆਪਣਾ ਵਰਤਮਾਨ ਤੇ ਆਪਣਾ ਭਵਿੱਖ ਸਭ ਕੁਝ ਗੁਆ ਬੈਠਦੀ ਹੈ। ਕਹਾਣੀ ਦਾ ਇਹ ਵਿਸ਼ਾ ਯਥਾਰਥਕ ਤੇ ਵਿਅੰਗਾਤਮਕ ਹੈ। ਕਹਾਣੀ 11ਵੀਂ 27 ਮੀਲ। 27 ਮੀਲ ਕਹਾਣੀ ਸੁਖਜੀਤ ਦੀ ਲਿਖੀ ਹੋਈ ਹੈ। ਇਸ ਕਹਾਣੀ ਦਾ ਵਿਸ਼ਾ ਸਮਕਾਲੀ ਪਰਿਸਥਿਤੀਆਂ ਵਿੱਚ ਭ੍ਰਿਸ਼ਟ ਸਿਆਸਤਦਾਨਾਂ ਦੀ ਮਾਨਵ ਵਿਰੋਧੀ ਸਿਆਸਤ ਤੇ ਇਸ ਸਿਆਸਤ ਦੇ ਪੂੜਾਂ ਵਿੱਚ ਪਿਸ ਰਹੇ ਆਮ ਸਧਾਰਨ ਬੰਦੇ ਦੀ ਗਾਥਾ ਹੈ। ਕਹਾਣੀ ਵਿੱਚ MP ਗੁਰਮੁਖ ਸਿੰਘ ਸ਼ਕਲ ਸੂਰਤ ਤੋਂ ਬੜਾ ਗੁਰਮੁਖ ਜਾਪਦਾ ਹੈ। ਉਹ ਕਰਨੈਲ ਨੂੰ ਹਵਾਲਾਤ ਤੋਂ ਛੁਡਾਉਣ ਦਾ ਅਹਿਸਾਨ ਕਰਕੇ ਉਸਨੂੰ ਆਪਣੇ ਨਾਲ ਦਿੱਲੀ ਲੈ ਜਾਂਦਾ ਹੈ ਤੇ ਉਸ ਦੀਆਂ ਸੇਵਾਵਾਂ ਦਾ ਸ਼ੋਸ਼ਣ ਕਰਦਾ ਹੈ। ਉਹ ਹਰ ਸਮੇਂ ਹਥਿਆਰਬੰਦ ਰਹਿ ਕੇ ਉਸਦੀ ਸੇਵਾ ਵਿੱਚ ਹਾਜ਼ਰ ਰਹਿੰਦਾ ਹੈ। ਉਹ MP ਸਾਹਿਬ ਨਾਲ ਔਖਾ ਬੋਲਣ ਵਾਲੇ ਫੈਕਟਰੀ ਵਿਚਲੀ ਯੂਨੀਅਨ ਦੇ ਆਗੂ ਨੂੰ ਗਲਮੇ ਤੋਂ ਫੜ ਕੇ ਪੈਰਾਂ ਤੋਂ ਉੱਪਰ ਚੁੱਕ ਦਿੰਦਾ ਹੈ ਤੇ ਪੁੱਛਦਾ ਹੈ ਕਿ ਕੀ ਉਹ ਉਸਨੂੰ ਬੋਲਣਾ ਸਿਖਾਵੇ। ਇਸ ਸਮੇਂ MP ਸਾਹਿਬ ਕਰਨੈਲ ਨੂੰ ਦਿਖਾਵੇ ਦਾ ਝਿੜਕਦੇ ਹਨ, ਪਰੰਤੂ ਮਗਰੋਂ ਇਹੋ MP ਆਪਣੇ ਪੁਰਾਣੇ ਗਨਮੈਨ ਜੋਗਿੰਦਰ ਰਾਹੀਂ ਉਸ ਆਗੂ ਦਾ ਐਕਸੀਡੈਂਟ ਕਰਵਾ ਕੇ ਮਰਵਾ ਦਿੰਦਾ ਹੈ। ਫਿਰ ਇਹੋ MP ਉਸਦੀ ਵਿਧਵਾ ਤੇ ਨਿਆਣਿਆਂ ਕੋਲ ਜਾ ਕੇ ਮਗਰਮੱਛ ਦੇ ਅੱਥਰੂ ਕੇਰਦਾ ਹੋਇਆ ਅਫਸੋਸ ਪ੍ਰਗਟ ਕਰਦਾ ਹੈ ਤੇ ਉਹਨਾਂ ਦੀ ਨਜ਼ਰ ਵਿੱਚ ਰੱਬ ਦਾ ਰੂਪ ਬਣ ਜਾਂਦਾ ਹੈ। ਫਿਰ ਜਦੋਂ ਕਿਤੇ ਉਹ ਕੇਂਦਰ ਵੱਲੋਂ ਗੜਵਾਲ ਭੇਜੇ ਜਾਣ ਤੇ ਲੋਕਾਂ ਦੇ ਹਿੱਤ ਦੀਆਂ ਗੱਲਾਂ ਕਰ ਦਿੰਦਾ ਹੈ ਤਾਂ ਦਿੱਲੀਓਂ ਉਸਨੂੰ ਭਾਈ ਸਾਹਿਬ ਦਾ ਬੁਲਾਵਾ ਆ ਜਾਂਦਾ ਹੈ, ਜੋ ਨਾ MP ਸੀ ਤੇ ਨਾ ਪ੍ਰਧਾਨ, ਪਰੰਤੂ ਸਾਰੇ MP ਉਸ ਤੋਂ ਡਰਦੇ ਸਨ। ਭਾਈ ਸਾਹਿਬ ਵੱਲੋਂ MP ਸਾਹਿਬ ਨੂੰ ਜਨਤਾ ਦਾ ਹੇਜ ਪ੍ਰਗਟਾਏ ਜਾਣ ਸੰਬੰਧੀ ਝਾੜਾਂ ਪੈਣ ਤੇ ਉਹ ਰੋਣ ਲੱਗ ਪੈਂਦਾ ਹੈ ਤੇ ਭਾਈ ਸਾਹਿਬ ਦੇ ਪੈਰ ਫੜਦਾ ਹੈ। ਭਾਈ ਸਾਹਿਬ ਦੇ ਕਹੇ ਅਨੁਸਾਰ ਸਭ ਕੁਝ ਠੀਕ ਕਰਨ ਲਈ ਉਹ ਮੁੜ ਉਸੇ ਇਲਾਕੇ ਵਿੱਚ ਪਹੁੰਚਦਾ ਹੈ। ਉੱਥੇ ਇੱਕ ਨੇਤਾ ਦੇ ਘਰ ਠਹਿਰ ਕੇ ਟਰਾਂਸਪੋਰਟ ਸਕੱਤਰ ਤੇ ਬਿਜਲੀ ਬੋਰਡ ਦੇ ਚੇਅਰਮੈਨ ਨੂੰ ਅਖਬਾਰਾਂ ਵਿੱਚ ਟਰਾਂਸਪੋਰਟ ਤੇ ਬਿਜਲੀ ਦੇ ਰੇਟ ਵਧਾਉਣ ਸੰਬੰਧੀ ਖਬਰਾਂ ਛਪਵਾਉਣ ਦਾ ਹੁਕਮ ਦਿੰਦਾ ਹੈ ਤੇ ਨਾਲ ਹੀ ਸਥਾਨਕ ਨੇਤਾ ਰਾਹੀਂ 2 ਦਿਨਾਂ ਮਗਰੋਂ ਜਲਸਾ ਰੱਖ ਲੈਂਦਾ ਹੈ। ਅਗਲੇ ਦਿਨ ਜਦੋਂ ਅਖਬਾਰਾਂ ਵਿੱਚ ਟਰਾਂਸਪੋਰਟ ਤੇ ਬਿਜਲੀ ਦੇ ਰੇਟਾਂ ਦੇ ਵਾਧੇ ਦੀ ਖਬਰ ਪੜ੍ਹ ਕੇ ਲੋਕਾਂ ਵਿੱਚ ਖਲਬਲੀ ਮਚਦੀ ਹੈ ਅਤੇ ਲੋਕ ਜਲਸਾ ਕਰਨ ਤੇ ਨੇਤਾਵਾਂ ਦਾ ਘਿਰਾਓ ਕਰਨ ਲਈ ਇਕੱਠੇ ਹੁੰਦੇ ਹਨ, ਤਾਂ MP ਸਾਹਿਬ ਉੱਥੇ ਲੋਕਾਂ ਨੂੰ ਦੱਸਦੇ ਹਨ ਕਿ ਅੱਜ ਦਿੱਲੀਓਂ ਆਉਣ ਸਮੇਂ ਉਹਨਾਂ ਦੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਹੋਈ ਹੈ ਤੇ ਉਹਨਾਂ ਦੇ ਜ਼ੋਰ ਦੇਣ ਤੇ ਉਹਨਾਂ ਨੇ ਇਹ ਵਾਅਦਾ ਵਾਪਸ ਲੈ ਲਿਆ ਹੈ। ਇਹ ਸੁਣ ਕੇ ਲੋਕ ਖੁਸ਼ ਹੋ ਜਾਂਦੇ ਹਨ। ਉਹ MP ਤੇ ਪ੍ਰਧਾਨ ਮੰਤਰੀ ਜ਼ਿੰਦਾਬਾਦ ਦੇ ਨਾਅਰੇ ਲਾਉਂਦੇ ਹਨ, ਪਰ ਉਹ ਇਹ ਨਹੀਂ ਜਾਣਦੇ ਕਿ ਇਹ ਸਭ ਡਰਾਮਾ MP ਨੇ ਹੀ ਰਚਿਆ ਸੀ। ਰੇਟ ਵੀ ਉਸੇ ਨੇ ਵਧਾਏ ਸਨ ਤੇ ਵਾਪਸ ਵੀ ਉਸੇ ਨੇ ਲਏ ਸਨ। ਉਹ ਉੱਥੇ ਹੀ ਬੈਠਾ ਰਿਹਾ ਸੀ ਤੇ ਦਿੱਲੀ ਪ੍ਰਧਾਨ ਨੂੰ ਨਹੀਂ ਸੀ ਮਿਲਿਆ। ਇਸੇ ਤਰ੍ਹਾਂ ਹੀ MP ਸਾਹਿਬ ਨੇ ਆਪਣੇ ਗਨਮੈਨਾਂ ਰਾਹੀਂ, ਜਿਨ੍ਹਾਂ ਵਿੱਚ ਕਰਨੈਲ ਦਾ ਨਾਮ ਵੀ ਆਉਂਦਾ ਹੈ, ਕਈ ਆਪਣੇ ਦੁਸ਼ਮਣਾਂ ਨੂੰ ਮਰਵਾਇਆ ਅਤੇ ਪਲਾਂਟਾਂ ਅਤੇ ਜ਼ਮੀਨਾਂ ਉੱਤੇ ਕਬਜ਼ਾ ਕੀਤਾ ਹੈ। ਇਹੋ ਗੁਰਮੁਖ ਸਿੰਘ, ਜਿਸ ਨੂੰ ਪਿੰਡ ਵਿੱਚ ਮੁੱਖਾ ਕਹਿੰਦੇ ਸਨ ਤੇ ਘਰ ਵਿੱਚ ਰੱਜਵੀਂ ਰੋਟੀ ਨਹੀਂ ਸੀ, ਅੱਜ ਉਸਦੇ ਕਾਕੇ ਇਕੱਲੇ-ਇਕੱਲੇ ਕਾਰਾਂ ਲਈ ਫਿਰਦੇ ਸਨ
ਤੇ ਉਹ ਹਰ ਜਗ੍ਹਾ ਨਾਲ ਸ਼ਕਤੀਸ਼ਾਲੀ ਸੀ। ਦੂਜੇ ਪਾਸੇ ਸਾਹਮਣੀ ਛੱਤ ਉੱਤੇ ਰਹਿੰਦੀ ਕਿਰਤੀ ਵਰਗ ਨਾਲ ਸੰਬੰਧਿਤ ਕੁੜੀ ਹੈ। ਉਹ ਸਾਰਾ ਦਿਨ ਕਿਰਤ ਕਰਦੀ ਹੋਈ ਛੱਤ ਉੱਤੇ ਉਰੀ ਵਾਂਗ ਘੁੰਮਦੀ ਹੋਈ ਲਗਭਗ 27 ਮੀਲ ਦਾ ਸਫ਼ਰ ਕਰਦੀ ਹੈ। ਇਸੇ ਪ੍ਰਕਾਰ ਦੇਸ਼ ਦੀ ਜਨਤਾ ਹੈ ਜੋ ਰਾਤ ਦਿਨ ਭੱਜੀ ਦੌੜੀ ਫਿਰਦੀ ਹੈ, ਪਰ ਉਸਨੂੰ ਸਾਰੀ ਭੱਜ ਦੌੜ ਦਾ ਫਾਇਦਾ ਅੰਤਮ ਰੂਪ ਵਿੱਚ ਸਿਆਸਤਦਾਨ ਨੂੰ ਹੀ ਮਿਲਦਾ ਹੈ। ਕਰਨੈਲ MP ਸਾਹਿਬ ਦੇ ਨੇੜੇ ਰਹਿਣ ਕਰਕੇ ਸਭ ਕੁਝ ਜਾਣਦਾ ਹੈ, ਪਰ ਉਹਨਾਂ ਤੋਂ ਮਿਲਦੇ ਆਰਥਿਕ ਲਾਭਾਂ ਕਰਕੇ ਉਹ ਕੁਝ ਕਰਨ ਜੋਗਾ ਨਹੀਂ। ਇਸ ਪ੍ਰਕਾਰ ਇਸ ਕਹਾਣੀ ਵਿੱਚ ਕਹਾਣੀਕਾਰ ਨੇ ਸਮਕਾਲੀ ਪ੍ਰਸਥਿਤੀਆਂ ਵਿੱਚ ਭ੍ਰਿਸ਼ਟ ਸਿਆਸਤਦਾਨਾਂ ਦੀ, ਮਾਨਵ ਵਿਰੋਧੀ ਸਿਆਸਤ ਦੀ ਅਤੇ ਇਸ ਸਿਆਸਤ ਦੇ ਪੁੜਾਂ ਵਿੱਚ ਪਿਸ ਰਹੇ ਆਮ ਸਧਾਰਨ ਬੰਦੇ ਦੇ ਦੁੱਖ ਦੀ ਗਾਥਾ ਨੂੰ ਪੇਸ਼ ਕੀਤਾ ਹੈ ਤੇ ਸਿਆਸਤ ਦੀਆਂ ਅੰਦਰਲੀਆਂ ਚਾਲਾਂ ਨੂੰ ਨੰਗਾ ਕੀਤਾ ਹੈ। ਅੱਜ ਦਾ ਸਿਆਸਤਦਾਨ ਜਿਸ ਆਮ ਬੰਦੇ ਰਾਹੀਂ ਉਸਦੀ ਭਲਾਈ ਕਰਨ ਦੇ ਹਵਾਲੇ ਨਾਲ ਸੱਤਾ ਹਾਸਲ ਕਰਦਾ ਹੈ, ਉਸੇ ਦੀ ਉਹ ਆਰਥਿਕ ਤੇ ਭਾਵੁਕ ਲੁੱਟ ਕਰਦਾ ਹੈ। ਕਹਾਣੀ ਦਾ ਇਹ ਵਿਸ਼ਾ ਯਥਾਰਥਕ, ਮੌਲਿਕ ਤੇ ਵਿਅੰਗਾਤਮਕ ਹੈ। ਕਹਾਣੀ 12ਵੀਂ ਹੱਡਾ ਰੋੜੀ। ਹੱਡਾ ਰੋੜੀ ਕਹਾਣੀ ਬਲਜਿੰਦਰ ਨਸਰਾਲੀ ਦੀ ਲਿਖੀ ਹੋਈ ਹੈ। ਇਸ ਕਹਾਣੀ ਦਾ ਵਿਸ਼ਾ ਮੰਡੀ ਸੱਭਿਆਚਾਰ ਦੇ ਪਸਾਰ ਕਾਰਨ ਪੰਜਾਬੀ ਬੰਦੇ ਦੇ ਬਦਲ ਰਹੇ ਸਰੋਕਾਰਾਂ ਦੇ ਨਾਲ ਹੀ ਇਸ ਬਦਲ ਰਹੇ ਆਲੇ ਦੁਆਲੇ ਵਿੱਚ ਪਰੰਪਰਕ ਜੀਵਨ ਵਿਧੀ ਨਾਲ ਜਿਉਣ ਵਾਲੇ ਬੰਦੇ ਦੁਆਰਾ ਇਸ ਦੇ ਪ੍ਰਭਾਵ ਤੋਂ ਬਚਣ ਲਈ ਸਿਰਜੀਆਂ ਜਾਣ ਵਾਲੀਆਂ ਰੁਕਾਵਟਾਂ ਦੀ ਸਮਰੱਥਾ ਦੀ ਪੇਸ਼ਕਾਰੀ ਹੈ। ਕਹਾਣੀ ਵਿੱਚ ਅਸੀਂ ਦੇਖਦੇ ਹਾਂ ਕਿ ਜੈਬੂ ਸ਼ੁਰੂ ਤੋਂ ਹੀ ਪਿੰਡ ਦੇ ਮਰੇ ਹੋਏ ਡੰਗਰਾਂ ਨੂੰ ਸੰਭਾਲਣ ਦਾ ਕੰਮ ਕਰਦਾ ਸੀ ਤੇ ਉਹਨਾਂ ਦੀ ਖੱਲ ਤੋਂ ਹੋਈ ਆਮਦਨ ਨਾਲ ਉਸਦੀ ਕਬੀਲਦਾਰੀ ਦੀ ਰੀਂਗ ਦੀ ਹੱਡੀ ਨੂੰ ਕੁਝ ਧੱਕਾ ਲੱਗ ਜਾਂਦਾ ਸੀ। ਮਗਰੋਂ ਕੁਝ ਹਾਲਾਤ ਅਜਿਹੇ ਪੈਦਾ ਹੋਏ ਕਿ ਸਰਕਾਰ ਦੀ ਆਮਦਨ ਦਾ ਜ਼ਰੀਆ ਪੈਦਾ ਕਰਨ ਦੀ ਨੀਤੀ ਨਾਲ ਹੱਡਾ ਰੋੜੀ ਨਿਲਾਮ ਹੋ ਗਈ, ਜਿਸ ਨੂੰ ਖਰੀਦਣ ਲਈ ਜੈਬੂ ਨੂੰ 4100 ਰੁਪਇਆ ਤਾਰਨਾ ਪਿਆ। ਹੁਣ ਉਸਦਾ ਫਾਇਦਾ ਤਾਂ ਇਸ ਗੱਲ ਵਿੱਚ ਸੀ ਕਿ ਪਿੰਡ ਵਿੱਚ ਵੱਧ ਤੋਂ ਵੱਧ ਪਸ਼ੂ ਮਰਦੇ ਤੇ ਉਸਨੂੰ ਆਮਦਨ ਹੁੰਦੀ। ਬੇਸ਼ੱਕ ਪਹਿਲੇ 2 ਕੁ ਮਹੀਨੇ ਤਾਂ ਡੰਗਰ ਪਹਿਲਾਂ ਵਾਂਗ ਹੀ ਮਰਦੇ ਰਹੇ, ਪਰ ਅਗਲੇ 2 ਕੁ ਮਹੀਨਿਆਂ ਵਿੱਚ ਇੱਕਾ ਦੁੱਕਾ ਪਸ਼ੂਆਂ ਦੀ ਮੌਤ ਹੀ ਹੋਈ। ਇਸ ਦਾ ਕਾਰਨ ਪਿੰਡ ਵਿੱਚ ਪਸ਼ੂ ਹਸਪਤਾਲ ਦਾ ਖੁੱਲ੍ਹਣਾ ਵੀ ਸੀ, ਪਰੰਤੂ ਇਸ ਦੇ ਬਾਵਜੂਦ ਜੈਬੂ ਨਹੀਂ ਸੀ ਚਾਹੁੰਦਾ ਕਿ ਪਿੰਡ ਦੇ ਲੋਕਾਂ ਦਾ ਪਸ਼ੂ ਮਰਦੇ ਰਹਿਣ ਤੇ ਉਸਨੂੰ ਲਾਭ ਹੋਵੇ। ਬੇਸ਼ੱਕ ਉਸਦੇ ਜਵਾਈ ਨੇ ਉਸਦੀ ਧੀ ਨੂੰ ਪੇਕੇ ਘਰ ਭੇਜ ਦਿੱਤਾ ਸੀ ਕਿ ਉਹ ਉੱਥੋਂ ਸਾਈਕਲ ਲੈ ਕੇ ਆਏ। ਫਿਰ ਜਦੋਂ ਉਸਨੂੰ ਪਤਾ ਲੱਗਦਾ ਹੈ ਕਿ ਮਹਿੰਦਰ ਸਿੰਘ ਦੀ ਉਹ ਮੱਝ ਮਰ ਗਈ ਹੈ ਜਿਹੜੀ ਉਸਨੇ ਆਪ ਉਸਨੂੰ ਧਨੌਲੇ ਦੇ ਵਪਾਰੀ ਤੋਂ ਦਵਾਈ ਸੀ, ਤਾਂ ਉਸਦਾ ਮਨ ਬੜਾ ਖਰਾਬ ਹੁੰਦਾ ਹੈ। ਉਹ ਦਿਲੋਂ ਮਹਿੰਦਰ ਸਿੰਘ ਨਾਲ ਹਮਦਰਦੀ ਪ੍ਰਗਟ ਕਰਦਾ ਹੈ। ਫਿਰ ਜਦੋਂ ਉਹ ਅੱਡੇ ਤੋਂ ਪਿੰਡ ਵੱਲ ਮਹਿੰਦਰ ਸਿੰਘ ਦੀ ਮੱਝ ਚੁੱਕਣ ਲਈ ਤੁਰਦਾ ਹੈ ਤਾਂ ਅਚਾਨਕ ਉਸਨੂੰ ਆਪਣੇ ਅੰਦਰ ਸ਼ੋਰ ਵੱਧ ਗਿਆ ਦਿਸਦਾ ਹੈ। ਉਸਨੂੰ ਜਾਪਦਾ ਹੈ ਕਿ ਉਸਦੇ ਅੰਦਰ ਲੰਮੀ ਉਡੀਕ ਵਰਗਾ ਕੁਝ ਖੁਸ਼ ਹੋ ਰਿਹਾ ਹੈ, ਪਰ ਉਸਨੂੰ ਆਪਣੇ ਮਨ ਦਾ ਅਜਿਹਾ ਕੋਈ ਭਾਵ ਪ੍ਰਗਟ ਕਰਨ ਤੋਂ ਸ਼ਰਮ ਆਉਂਦੀ ਹੈ। ਉਸ ਵਿੱਚ ਚੌਂਕੜੀ ਵਿੱਚ ਬੈਠੇ ਬੰਦਿਆਂ ਨਾਲ ਅੱਖ ਮਿਲਾਉਣ ਦੀ ਹਿੰਮਤ ਨਹੀਂ ਰਹਿੰਦੀ। ਉਹ ਘਰ ਆ ਕੇ ਇਸ ਗੱਲ ਨੂੰ ਕੋਈ ਖੁਸ਼ੀ ਸਮਝ ਕੇ ਕਿਸੇ ਨਾਲ ਸਾਂਝੀ ਨਹੀਂ ਕਰਦਾ, ਸਗੋਂ ਚੁੱਪਚਾਪ ਪਸ਼ੂਆਂ ਨੂੰ ਬੰਨ੍ਹਣ ਵਾਲਾ ਰੱਸਾ ਲੱਭਣ ਲੱਗ ਪਿਆ। ਉਸਦੀ ਪਤਨੀ ਨੂੰ ਇਸ ਘਟਨਾ ਦਾ ਅਫਸੋਸ ਹੀ ਹੁੰਦਾ ਹੈ। ਹੋ ਸਕਦਾ ਇਹਨੂੰ ਸਾਈਕਲ ਲੈਣ ਦੀ ਇੱਛਾ ਪੂਰੀ ਹੁੰਦੀ ਦਿਸਦੀ ਹੋਵੇ ਤੇ ਉਹ ਖੁਸ਼ ਹੋਵੇ। ਮਹਿੰਦਰ ਸਿੰਘ ਦੇ ਘਰੋਂ ਮੱਝ ਨੂੰ ਚੁੱਕਦਾ ਹੋਇਆ ਵੀ ਉਹ ਹਮਦਰਦੀ ਨਾਲ ਭਰਿਆ ਦਿਸਦਾ ਹੈ। ਮੱਝ ਨੂੰ ਪਿੰਡ ਦੀ ਫਿਰਨੀ ਉੱਤੋਂ ਲਿਜਾਂਦਿਆਂ ਉਸਦੀ ਰਾਹ ਵਿੱਚ ਮਿਲਣ ਵਾਲੇ ਬੰਦਿਆਂ ਵਿੱਚੋਂ ਕਿਸੇ ਨਾਲ ਅੱਖ ਮਿਲਾਉਣ ਦੀ ਹਿੰਮਤ ਨਹੀਂ ਸੀ ਰਹੀ। ਉਹ ਨਹੀਂ ਸੀ ਚਾਹੁੰਦਾ ਕਿ ਕੋਈ ਸੋਚੇ ਕਿ ਕਿਸੇ ਦਾ ਪਸ਼ੂ ਮਰਨ ਕਰਕੇ ਉਸਨੂੰ ਕੋਈ ਖੁਸ਼ੀ ਹੈ। ਕਹਾਣੀ ਦੇ ਅੰਤ ਵਿੱਚ ਜਦੋਂ ਉਸਦਾ ਪੁੱਤਰ ਬਿੱਟੂ ਕਹਿੰਦਾ ਹੈ ਕਿ ਉਸਨੂੰ ਜਾਪਦਾ ਹੈ ਕਿ ਮਹਿੰਦਰ ਸਿੰਘ ਦੀ ਦੂਜੀ ਮੱਝ ਵੀ ਨਹੀਂ ਬਚਦੀ, ਇਹ ਸੁਣ ਕੇ ਉਹ ਉਸਨੂੰ ਕਹਿੰਦਾ ਹੈ, ਸਹੁਰਿਆ ਇਹੋ ਜਿਹੇ ਬੋਲ ਨੀ ਮੂੰਹੋਂ ਕੱਢੀ ਦੇ। ਇਸ ਤਰ੍ਹਾਂ ਕਹਾਣੀ ਦੇ ਆਰੰਭ ਵਿੱਚ ਜਦੋਂ ਉਹ ਚੌਕੜੀ 'ਤੇ ਬੈਠਾ ਸੀ ਤਾਂ ਛੱਪੜ ਵੱਲ ਜਾ ਰਹੀਆਂ ਮੱਝਾਂ ਦੇ ਮਗਰ ਪੈਰ ਘਸੀਟ ਕੇ ਤੁਰ ਰਹੀ ਮੱਝ ਨੂੰ ਦੇਖ ਕੇ ਉਸਦੇ ਅੰਦਰੋਂ ਕੋਈ ਬੋਲਿਆ ਕਿ ਇਹ ਤਾਂ ਚੜ੍ਹਾਈ ਕਰ ਸਕਦੀ ਹੈ, ਤਾਂ ਉਸਨੇ ਬੜੀ ਬੇਕਿਰਕੀ ਨਾਲ ਆਪਣੇ ਅੰਦਰਲੇ ਬੰਦੇ ਦਾ ਮੂੰਹ ਘੁੱਟ ਦਿੱਤਾ। ਉਸਨੂੰ ਉਦੋਂ ਹੈਰਾਨੀ ਹੁੰਦੀ ਹੈ ਜਦੋਂ ਉਸਨੂੰ ਪਤਾ ਲੱਗਦਾ ਹੈ ਕਿ ਅੱਜ ਕੱਲ੍ਹ ਤਾਂ ਕੁੱਤੇ ਵੀ ਵਿਕਣ ਲੱਗ ਗਏ ਹਨ।
ਉਹ ਉਸ ਜਿਹਾ ਹੀ ਪਿੰਡ ਵਿੱਚ ਇੱਕ ਹੋਰ ਬੰਦਾ ਕਾਣਾ ਮੱਗਰ ਹੈ, ਜਿਹੜਾ ਹੱਡਾ ਰੋੜੀ ਦੀ ਬੋਲੀ ਦੀ ਗੱਲ ਸੁਣ ਕੇ ਕਹਿੰਦਾ ਹੈ, ਨਾ ਨਾ, ਇਹ ਨਾ ਕਰਿਓ, ਮਰੇ ਹੋਏ ਪਸ਼ੂ ਦੀ ਕੀਮਤ ਪਾਉਣੀ ਮਹਾਂ ਪਾਪ ਹੈ। ਇਸ ਤਰ੍ਹਾਂ ਜੈਬੂ ਜਾਂ ਕਾਣਾ ਮੱਗਰ ਮੰਡੀ ਸੱਭਿਆਚਾਰ ਦੇ ਪਸਾਰ ਨਾਲ ਬਦਲ ਰਹੀਆਂ ਸੱਭਿਆਚਾਰਕ ਕਦਰਾਂ ਕੀਮਤਾਂ ਨੂੰ ਰੋਕਣ ਲਈ ਆਪਣੀ ਸਮਰੱਥਾ ਅਨੁਸਾਰ ਕੰਮ ਜ਼ਰੂਰ ਕਰਦੇ ਹਨ, ਪਰ ਉਹਨਾਂ ਦੀ ਬਹੁਤੀ ਸਫਲਤਾ ਨਹੀਂ ਮਿਲਦੀ, ਕਿਉਂਕਿ ਉਸਦੀ ਅਗਲੀ ਪੀੜ੍ਹੀ, ਜਿਸਦੇ ਪ੍ਰਤੀਨਿਧ ਉਸਦਾ ਮੁੰਡਾ ਬਿੱਟੂ ਤੇ ਸਹੁਰੇ ਘਰੋਂ ਆਈ ਧੀ ਹੈ, ਨੂੰ ਅਜਿਹਾ ਕੰਮ ਕਰਨ ਤੋਂ ਕੋਈ ਹਿਚਕਚਾਹਟ ਨਹੀਂ ਜਾਪਦੀ ਜਿਹੜਾ ਉਹਨਾਂ ਦਾ ਬਾਪ ਨਹੀਂ ਸੀ ਕਰਦਾ, ਕਿਉਂਕਿ ਉਹਨਾਂ ਦੀਆਂ ਲੋੜਾਂ ਤਾਂ ਹੀ ਪੂਰੀਆਂ ਹੁੰਦੀਆਂ ਹਨ ਜੇਕਰ ਹੱਡਾ ਰੋੜੀ ਤੋਂ ਬਹੁਤੀ ਆਮਦਨ ਹੋਵੇ, ਤੇ ਇਹ ਤਾਂ ਹੀ ਹੋ ਸਕਦਾ ਹੈ ਜੇਕਰ ਪਿੰਡ ਵਾਲਿਆਂ ਦੇ ਬਹੁਤੇ ਪਸ਼ੂ ਮਰਨ। ਸਾਡੀ ਸਰਕਾਰ ਆਪ ਅਜਿਹੀਆਂ ਰੁਚੀਆਂ ਨੂੰ ਉਤਸ਼ਾਹਿਤ ਕਰਦੀ ਹੈ, ਜਿਸ ਨਾਲ ਉਸਦੀ ਆਮਦਨ ਤੇ ਮੁਨਾਫੇ ਦੇ ਸਰੋਤ ਵਧੇ। ਇਸ ਪ੍ਰਕਾਰ ਇਸ ਕਹਾਣੀ ਦਾ ਵਿਸ਼ਾ ਮੰਡੀ ਸੱਭਿਆਚਾਰ ਦੇ ਪਸਾਰ ਕਾਰਨ ਪੰਜਾਬੀ ਬੰਦੇ ਦੇ ਬਦਲ ਰਹੇ ਸਰੋਕਾਰਾਂ ਦੇ ਤੇ ਨਾਲ ਹੀ ਇਸ ਬਦਲ ਰਹੇ ਆਲੇ ਦੁਆਲੇ ਵਿੱਚ ਪਰੰਪਰਕ ਜੀਵਨ ਵਿਧੀ ਨਾਲ ਜਿਉਣ ਵਾਲੇ ਬੰਦੇ ਦੁਆਰਾ ਇਸ ਦੇ ਪ੍ਰਭਾਵ ਤੋਂ ਬਚਣ ਲਈ ਸਿਰਜੀਆਂ ਜਾਣ ਵਾਲੀਆਂ ਰੁਕਾਵਟਾਂ ਦੀ ਸਮਰੱਥਾ ਹੈ। ਕਹਾਣੀ ਦਾ ਇਹ ਵਿਸ਼ਾ ਯਥਾਰਥਕ, ਮਨੋਵਿਗਿਆਨਿਕ ਤੇ ਮਹੱਤਵਪੂਰਨ ਹੈ। ਕਹਾਣੀ 13ਵੀਂ, ਇਕਬਾਲ ਹੁਸੈਨ ਮੋਇਆ ਨਹੀਂ। ਇਕਬਾਲ ਹੁਸੈਨ ਮੋਇਆ ਨਹੀਂ ਕਹਾਣੀ ਅਜਮੇਰ ਸਿੱਧੂ ਦੀ ਲਿਖੀ ਹੋਈ ਹੈ। ਇਸ ਕਹਾਣੀ ਦਾ ਵਿਸ਼ਾ 1947 ਦੇ ਫਿਰਕੂ ਫਸਾਦਾਂ ਵਰਗੇ ਸੰਕਟ ਦੇ ਸਮਿਆਂ ਵਿੱਚ ਔਰਤ ਵੱਲੋਂ ਆਪਣੀ ਹੋਂਦ ਉੱਤੇ ਕੀਤੇ ਜਾਂਦੇ ਜ਼ਬਰ ਤੇ ਤਸ਼ੱਦਦ ਵਿਰੁੱਧ ਕੀਤੇ ਲੰਮੇ, ਪ੍ਰਤੱਖ ਅਤੇ ਪਰੋਖ ਸੰਘਰਸ਼ ਦੀ ਕਹਾਣੀ ਹੈ। ਰੱਜੇ ਪੁੱਜੇ ਤੇ ਇਸਲਾਮ ਧਰਮ ਵਿੱਚ ਦ੍ਰਿੜ ਰਹਿਣ ਵਾਲੇ ਪਰਿਵਾਰ ਨਾਲ ਸੰਬੰਧਿਤ ਤੇ ਆਪਣੇ ਦਾਦਾ ਇਕਬਾਲ ਹੁਸੈਨ ਦੀ ਦੇਖਰੇਖ ਤੇ ਪ੍ਰੇਰਨਾ ਹੇਠ ਪਲ ਕੇ ਜਵਾਨ ਹੋਈ ਜਮੀਲਾ ਨੂੰ ਜਦੋਂ ਆਪਣਾ ਪਿੰਡ ਸਰਹਾਲ ਕਾਜ਼ੀਆ, ਜਿੱਥੋਂ ਦੇ ਰੋਜ਼ੇ ਬਾਲਾ ਪੀਰ ਵਿਖੇ ਹਰ ਰੋਜ਼ ਉਸਦੇ ਦਾਦਾ ਜੀ ਜਾਂਦੇ ਸਨ ਤੇ ਜਮੀਲਾ ਵੀ ਉੱਥੇ ਚਿਰਾਗ ਕਰਦੀ ਸੀ, ਪਿੰਡ ਛੱਡਣ ਮਗਰੋਂ ਰਸਤੇ ਵਿੱਚ ਜਥੇਦਾਰ ਮੁੱਲਾ ਸਿੰਘ ਤੇ ਪੰਡਤ ਕਿਸ਼ੋਰ ਦੱਤ ਦੇ ਟੋਲੇ ਵੱਲੋਂ ਅਗਵਾ ਕਰਨ ਦਾ ਯਤਨ ਕੀਤਾ ਜਾਂਦਾ ਹੈ, ਤਾਂ ਉਹ ਵਾਰ-ਵਾਰ ਛੁੱਟ ਕੇ ਆਪਣੇ ਦਾਦੇ ਦੀਆਂ ਲੱਤਾਂ ਨੂੰ ਚਿੰਬੜ ਜਾਂਦੀ ਹੈ। ਅੰਤ ਹਾਰ ਕੇ ਇੱਕ ਜਣਾ ਉਸਦੇ ਦਾਦੇ ਦੀਆਂ ਲੱਤਾਂ ਹੀ ਵੱਢ ਦਿੰਦਾ ਹੈ ਤੇ ਜਮੀਲਾ ਦੇ ਹੱਥ ਕੇਵਲ ਗੋਡਿਆਂ ਤੋਂ ਹੇਠਲੀ ਲੱਤਾਂ ਹੀ ਰਹਿ ਜਾਂਦੀਆਂ ਹਨ। ਇਸ ਪਿੱਛੋਂ ਉਸਨੂੰ ਆਪਣੇ ਬਾਰੇ ਕੁਝ ਪਤਾ ਹੀ ਨਹੀਂ ਰਹਿੰਦਾ। ਫਿਰ ਜਦੋਂ ਉਹਨਾਂ ਨਾਲ ਖੇਹ ਖਰਾਬੀ ਕਰਕੇ ਕੁਝ ਦਿਨਾਂ ਮਗਰੋਂ 11 ਜਣਿਆਂ ਨੂੰ ਕੋਠੜੀ ਤੋਂ ਬਾਹਰ ਕੱਢਿਆ ਜਾਂਦਾ ਹੈ ਤੇ ਉਹਨਾਂ ਨੂੰ ਧਰਮ ਬਦਲਣ ਲਈ ਕਿਹਾ ਜਾਂਦਾ ਹੈ, ਤਾਂ ਇੱਕ ਪਹਿਲਾਂ ਹੀ ਗਰਭਵਤੀ ਕੁੜੀ ਅੜ ਜਾਂਦੀ ਹੈ ਤੇ ਉਹ ਉਸਦੇ ਢਿੱਡ ਵਿੱਚ ਕਿਰਪਾਨ ਖੋਭਣ ਮਗਰੋਂ ਉਸਦਾ ਸਿਰ ਵੱਢ ਦਿੰਦੇ ਹਨ। ਇਸ ਪਿੱਛੋਂ ਉਹਨਾਂ ਨੂੰ ਅਮਲੀਆਂ, ਛੜਿਆਂ ਤੇ ਮਲੰਗਾਂ ਨਾਲ ਤੋੜ ਦਿੱਤਾ ਜਾਂਦਾ ਹੈ। ਬਚਿੱਤਰ ਸਿੰਘ, ਜਿਸ ਨਾਲ ਜਮੀਲਾ ਆਈ ਸੀ ਤੇ ਘਰ ਭੰਗ ਭੁੱਜਦੀ ਸੀ, ਪਰ ਉਸਦੀ ਮਾਂ ਉਸਨੂੰ ਅੰਮ੍ਰਿਤ ਛਕਾ ਕੇ ਧਰਮ ਬਦਲੇ ਬਿਨਾਂ ਚੌਂਕੇ ਨਹੀਂ ਚੜ੍ਹਨ ਦਿੰਦੀ। ਉਹ ਉਸ ਸਮੇਂ ਤਾਂ ਭਾਵੇਂ ਗਾਤਰਾ ਪਾ ਲੈਂਦੀ ਹੈ ਤੇ ਉਹ ਗੁਰਦੁਆਰੇ ਵੀ ਜਾਂਦੀ ਰਹਿੰਦੀ ਹੈ, ਪਰ ਪਾਠ ਕਦੇ ਨਹੀਂ ਕਰਦੀ, ਸਗੋਂ ਨਮਾਜ਼ ਪੜ੍ਹਦੀ ਹੈ। ਉਹ ਬਚਿੱਤਰ ਸਿੰਘ ਦੇ ਘਰ ਰਹਿ ਕੇ ਦਾਦੇ ਦੀਆਂ ਲੱਤਾਂ ਵੱਢਣ ਦਾ ਬਦਲਾ ਲੈਣਾ ਚਾਹੁੰਦੀ ਹੈ। ਬੇਸ਼ੱਕ ਉਸਦਾ ਵੱਸ ਨਹੀਂ ਚੱਲਦਾ, ਪਰੰਤੂ ਉਹ ਘਰ ਵਿੱਚ ਕਿਸੇ ਨੂੰ ਚੈਨ ਨਾਲ ਨਹੀਂ ਰਹਿਣ ਦਿੰਦੀ। ਉਸਦੀ ਸੱਸ ਉਸ ਨਾਲ ਲੜਦੀ ਝਗੜਦੀ ਹੈ ਤੇ ਗਾਲਾਂ ਕੱਢਦੀ ਹੈ। ਬਚਿੱਤਰ ਸਿੰਘ ਵੀ ਮਾਰਦਾ ਕੁੱਟਦਾ, ਗਾਲਾਂ ਕੱਢਦਾ ਤੇ ਰਖੇਲਾਂ ਵਾਂਗ ਰੱਖਦਾ ਹੈ, ਪਰ ਉਹ ਵੀ ਕਿਸੇ ਦੀ ਪਰਵਾਹ ਨਹੀਂ ਕਰਦੀ। ਉਹ ਬਚਿੱਤਰ ਸਿੰਘ ਦੇ ਕਿਸੇ ਬੱਚੇ ਨੂੰ ਜਨਮ ਵੀ ਨਹੀਂ ਦੇਣਾ ਚਾਹੁੰਦੀ, ਪਰ ਜਦੋਂ ਉਸਦੇ ਅੰਦਰ ਮਮਤਾ ਜਾਗਦੀ ਹੈ ਤਾਂ ਉਹ 7 ਜਣੇਪੇ ਕੱਟਦੀ ਹੈ। ਪਰ ਉਸਦੇ 2 ਪਹਿਲੇ ਬੱਚੇ, ਇੱਕ ਕੁੜੀ ਛਿੰਦਰ ਤੇ ਦੂਜਾ ਮੁੰਡਾ ਬਲਵੀਰ ਹੀ ਬਚਦੇ ਹਨ। ਉਸਨੂੰ ਮੁੰਡੇ ਵਿੱਚ ਆਪਣੇ ਦਾਦੇ ਦੀ ਤਸਵੀਰ ਦਿਸਦੀ ਹੈ। ਉਹ ਉਸਨੂੰ ਚੋਰੀ ਮੈਦਲੀ ਪਿੰਡ ਦੇ ਰੋਜ਼ੇ ਵਿਖੇ ਮੱਥਾ ਟਿਕਾ ਕੇ ਲਿਆਉਂਦੀ ਹੈ ਤੇ ਉੱਥੋਂ ਦੇ ਗੱਦੀ ਨਸ਼ੀਨ ਦਾ ਆਸ਼ੀਰਵਾਦ ਪ੍ਰਾਪਤ ਕਰਦੀ ਹੈ। ਫਿਰ ਇੱਕ ਵਾਰੀ ਉਹ ਹੁਕਮੇ ਡਰਾਈਵਰ ਦੇ ਮੁੰਡੇ ਨਾਲ ਚਲਾ ਗਿਆ, ਜਿੱਥੇ ਉਹਨਾਂ ਦਾ ਚਾਦਰ ਚੜ੍ਹਾਈ ਸੀ, ਤਾਂ ਇਸ ਬਾਰੇ ਪਤਾ ਲੱਗਣ 'ਤੇ ਬਚਿੱਤਰ ਸਿੰਘ ਉਸਨੂੰ ਮਾਰਦਾ ਕੁੱਟਦਾ ਤੇ ਗਾਲਾਂ ਕੱਢਦਾ ਹੈ। ਇਸ ਪਿੱਛੋਂ ਬਲਵੀਰ ਪੜ੍ਹਾਈ ਛੱਡ ਕੇ ਡਰਾਈਵਰੀ ਸਿੱਖ ਲੈਂਦਾ ਹੈ, ਪਰ ਉਸਦਾ ਪਿਓ ਉਸ ਨਾਲ ਲੜਾਈ ਝਗੜਾ ਹੀ ਲਾਈ ਰੱਖਦਾ ਹੈ।
ਤੇ ਉਹ ਵੀ ਪਿਓ ਦੇ ਮੂਹਰੇ ਆਕੜਨ ਲੱਗ ਪੈਂਦਾ ਹੈ। ਫਿਰ ਜਦੋਂ ਜਮੀਲਾ ਅਨੰਦਪੁਰ ਸਾਹਿਬ ਗਈ ਤਾਂ ਉੱਥੇ ਢਾਡੀਆਂ ਤੋਂ ਛੋਟੇ ਸਾਹਿਬਜ਼ਾਦਿਆਂ ਵੱਲੋਂ ਸੂਬਾ ਸਰਹੰਦ ਦੁਆਰਾ ਦਿੱਤੇ ਲਾਲਚਾਂ ਤੇ ਧਮਕੀਆਂ ਅੱਗੇ ਅਡੋਲ ਰਹਿ ਕੇ ਆਪਣੇ ਧਰਮ ਨੂੰ ਆਂਚ ਨਾ ਆਉਣ ਦੇਣ ਦਾ ਪ੍ਰਸੰਗ ਸੁਣਿਆ ਤਾਂ ਉਸਨੂੰ ਬਹੁਤ ਜੋਸ਼ ਆ ਗਿਆ ਤੇ ਉਹ ਉੱਥੋਂ ਦੌੜ ਕੇ ਬਾਬਾ ਬੁੱਢਨ ਸ਼ਾਹ 'ਤੇ ਜਾ ਪਹੁੰਚੀ। ਕਈ ਮਹੀਨੇ ਸਾਕਾ ਸਰਹੰਦ ਉਸਦੇ ਕੰਨਾਂ ਵਿੱਚ ਗੂੰਜਦਾ ਰਿਹਾ ਤੇ ਆਪਣੇ ਦਾਦੇ ਦੀਆਂ ਕੱਟੀਆਂ ਲੱਤਾਂ, ਵੱਡੀ ਧੌਣ ਵਾਲੀ ਕੁੜੀ, ਤਾਏ ਦੀ ਧੀ ਜਿਸ ਦੀਆਂ ਛਾਤੀਆਂ ਵੱਢ ਦਿੱਤੀਆਂ ਗਈਆਂ ਸਨ, ਉਸਦੀਆਂ ਅੱਖਾਂ ਸਾਹਮਣੇ ਘੁੰਮਦੇ ਰਹੇ। ਮੰਦਰ ਜਾ ਕੇ ਉਸਨੇ ਇੱਕ ਨਿੱਕਰ ਵਾਲੇ ਨੂੰ ਗਰਵ ਸੇ ਕਹੋ ਹਮ ਹਿੰਦੂ ਹੈਂ ਦੇ ਨਾਅਰੇ ਲਾਉਂਦਿਆਂ ਤੇ ਪੰਡਿਤ ਜੀ ਨੂੰ ਗੀਤਾ ਦੇ ਉਪਦੇਸ਼ ਵਿੱਚ ਸ਼੍ਰੀ ਕ੍ਰਿਸ਼ਨ ਦੁਆਰਾ ਅਰਜਨ ਨੂੰ ਦਿੱਤੇ ਧਰਮ ਯੁੱਧ ਦਾ ਉਪਦੇਸ਼ ਦਿੰਦਿਆਂ ਤੇ ਧੋਖੇ ਘਰ ਹੋਏ ਪਾਠ ਸਮੇਂ ਸਿੰਘਾਂ ਸਿੰਘਣੀਆਂ ਦੇ ਧਰਮ ਨਾ ਹਾਰਨ ਬਾਰੇ ਸੁਣਿਆ ਤਾਂ ਉਸਦੇ ਮਨ ਵਿੱਚ ਵੀ ਆਪਣੇ ਧਰਮ ਲਈ ਪਿਆਰ ਹੋਰ ਪ੍ਰਬਲ ਹੋ ਗਿਆ। ਜਦਕਿ ਬਚਿੱਤਰ ਸਿੰਘ ਉਦੋਂ ਬੜਾ ਤੜਫਿਆ ਸੀ ਜਦੋਂ ਬਲਵੀਰ ਸਿਰ ਮੂੰਹ ਮੁਨਾ ਆਇਆ ਸੀ। ਜਮੀਲਾ ਦੇ ਅੰਦਰ ਧਰਮ ਤੇ ਅਧਰਮ ਦੀ ਟੱਕਰ ਚੱਲ ਰਹੀ ਸੀ। ਬਲਵੀਰ ਨੇ ਮੈਦਲੀ ਵਾਲੇ ਫਕੀਰਾਂ ਦੀ ਗੱਡੀ ਚਲਾਉਣੀ ਸ਼ੁਰੂ ਕਰ ਦਿੱਤੀ ਤੇ ਉੱਥੇ ਉਸਦੀ ਚੰਗੀ ਥਾਂ ਬਣ ਗਈ। ਉਹ ਦਾਦੂ ਸ਼ਾਹ ਬਣ ਗਿਆ ਤੇ ਉੱਥੋਂ ਦੇ ਗੱਦੀ ਨਸ਼ੀਨ ਨੇ ਆਪਣੇ ਚਲਾਣੇ ਤੋਂ ਪਹਿਲਾਂ ਉਸਨੂੰ ਗੱਦੀ ਨਸ਼ੀਨ ਬਣਾ ਦਿੱਤਾ। ਜਮੀਲਾ ਰੋਜ਼ੇ ਉੱਤੇ ਜਾਂਦੀ ਹੈ। ਉਸਦਾ ਦਾਦੂ ਸ਼ਾਹ ਉਸਨੂੰ ਉਸਦੀ ਕੋਈ ਇੱਛਾ ਪੁੱਛਦਾ ਹੈ। ਉਸਦੇ ਸਰਹਾਲ ਕਾਜ਼ੀਆਂ ਵੱਲ ਇਸ਼ਾਰਾ ਕਰਨ ਉੱਤੇ ਉੱਥੋਂ ਦੇ ਬਾਲਾ ਪੀਰ ਦੇ ਰੋਜ਼ੇ ਉੱਤੇ ਉਰਸ ਮਨਾਇਆ ਜਾਂਦਾ ਹੈ। ਬੇਅੰਤ ਸੰਗਤ ਇਕੱਠੀ ਹੁੰਦੀ ਹੈ। ਕਵਾਲੀਆਂ ਗਾਈਆਂ ਜਾਂਦੀਆਂ ਹਨ। ਜਮੀਲਾ ਨੂੰ ਸੇਜ ਉੱਤੇ ਬੈਠਾ 6 ਫੁੱਟ ਲੰਮਾ ਗੋਰਾ ਨਿਛੋਹ ਤੇ ਹਰੇ ਬਸਤਰਾਂ ਵਿੱਚ ਨੂਰੋ ਨੂਰ ਹੋਇਆ ਆਪਣਾ ਦਾਦੂ ਸ਼ਾਹ ਨਿਰਾ ਆਪਣਾ ਦਾਦਾ ਹੀ ਲੱਗਦਾ ਹੈ। ਉਹ ਕਾਰ ਵਿੱਚ ਬੈਠ ਕੇ ਪਿੰਡ ਆਉਂਦੀ ਹੈ। ਬਚਿੱਤਰ ਸਿੰਘ ਮਰ ਚੁੱਕਾ ਹੁੰਦਾ ਹੈ। ਉਹ ਚੁਬਾਰੇ ਉੱਤੇ ਚੜ੍ਹ ਕੇ ਜਥੇਦਾਰ ਮੁੱਲਾ ਸਿੰਘ ਤੇ ਪੰਡਿਤ ਕਿਸ਼ੋਰ ਦੱਤ ਵਰਗਿਆਂ ਨੂੰ ਲੱਭ ਕੇ ਦੱਸਣਾ ਚਾਹੁੰਦੀ ਹੈ ਕਿ ਇਕਬਾਲ ਹੁਸੈਨ ਅਜੇ ਮੋਇਆ ਨਹੀਂ। ਇਸ ਪ੍ਰਕਾਰ ਇਸ ਕਹਾਣੀ ਦਾ ਵਿਸ਼ਾ 1947 ਦੇ ਫਿਰਕੂ ਫਸਾਦਾਂ ਵਰਗੇ ਸੰਕਟ ਦੇ ਸਮਿਆਂ ਵਿੱਚ ਔਰਤ ਵੱਲੋਂ ਆਪਣੀ ਹੋਂਦ ਉੱਤੇ ਕੀਤੇ ਜਾਂਦੇ ਜਬਰ ਤੇ ਤਸ਼ੱਦਦ ਵਿਰੁੱਧ ਕੀਤੇ ਲੰਮੇ ਪ੍ਰਤੱਖ ਤੇ ਪਰੋਖ ਸੰਘਰਸ਼ ਦੀ ਲੰਮੀ ਕਹਾਣੀ ਹੈ। ਇਸ ਦੇ ਨਾਲ ਹੀ ਕਹਾਣੀਕਾਰ ਇਸ ਕਹਾਣੀ ਵਿੱਚ ਮਨੁੱਖੀ ਹੋਂਦ ਦੇ ਮੂਲ ਸਰੋਕਾਰਾਂ, ਧਰਮ, ਸੱਭਿਆਚਾਰ, ਵਿਸ਼ੇਸ਼ ਤੌਰ 'ਤੇ ਰਿਸ਼ਤਾ ਨਾਤਾ ਪ੍ਰਬੰਧ ਦੀ ਮਾਨਵੀ ਅਹਿਮੀਅਤ ਦੇ ਪ੍ਰਵਚਨ ਨੂੰ ਤਿੱਖੇ ਪ੍ਰਸ਼ਨਾਂ ਅਤੇ ਸ਼ੰਕਾਵਾਂ ਦੇ ਘੇਰੇ ਵਿੱਚ ਲਿਆ ਕੇ ਖੜਾ ਕਰਦਾ ਹੈ। ਇਸ ਪ੍ਰਕਾਰ ਕਹਾਣੀ ਦਾ ਵਿਸ਼ਾ ਮੌਲਿਕ, ਮਨੋਵਿਗਿਆਨਿਕ ਤੇ ਮਾਨਵਵਾਦੀ ਹੈ। ਕਹਾਣੀ 14ਵੀਂ ਨਸਲਘਾਤ। ਨਸਲਘਾਤ ਕਹਾਣੀ ਜਸਵੀਰ ਰਾਣਾ ਦੀ ਲਿਖੀ ਹੈ। ਇਸ ਕਹਾਣੀ ਦਾ ਵਿਸ਼ਾ ਗਰੀਬ ਤੇ ਭੁੱਖਾ ਮਾਰੇ ਬੰਦੇ ਦਾ ਭਾਵੁਕ ਦੁਖਾਂਤ ਹੈ। ਬਲਕਾਰੀ ਗਰੀਬ ਢੋਲੀ ਪਿਆਰੂ ਦਾ ਪੁੱਤਰ ਹੈ। ਬੇਸ਼ੱਕ ਪਿਆਰੂ ਢੋਲ ਵਜਾਉਣ ਦਾ ਮਾਹਿਰ ਸੀ, ਪਰੰਤੂ ਦਮੇ ਦੀ ਬਿਮਾਰੀ ਤੇ ਦਾਰੂ ਬੀੜੀਆਂ ਦੀ ਆਦਤ ਕਾਰਨ ਉਸਦੀ ਹਾਲਤ ਭੁੱਖਾ ਮਾਰੀ ਸੀ। ਪਹਿਲਾਂ ਤਾਂ ਉਸਦੇ ਪੈਸੇ ਦਾਰੂ ਉੱਤੇ ਹੀ ਲੱਗ ਜਾਂਦੇ ਹਨ ਤੇ ਫਿਰ ਬਿਮਾਰੀ ਕਾਰਨ ਉਸਨੂੰ ਕੰਮ ਹੀ ਛੱਡਣਾ ਪਿਆ। ਉਹ ਘਰ ਦੀਆਂ ਤੰਗੀਆਂ ਕਾਰਨ ਔਖੀ ਰਹਿੰਦੀ, ਆਪਣੀ ਜਨਾਨੀ ਨੂੰ ਕੁੱਟਦਾ ਰਹਿੰਦਾ, ਜੋ ਲੋਕਾਂ ਦੇ ਘਰਾਂ ਦੇ ਕੰਮ ਕਰਕੇ ਆਪਣੇ ਘਰ ਦੀਆਂ ਤੰਗੀਆਂ ਕਾਰਨ ਰੋਗਣ ਰਹਿੰਦੀ ਸੀ। ਉਹ ਜਲਦੀ ਹੀ ਮਰ ਗਈ ਤੇ ਉਸ ਤੋਂ ਕੁਝ ਸਮੇਂ ਮਗਰੋਂ ਪਿਆਰੂ ਵੀ ਪਾਗਲਾਂ ਵਾਲੀ ਹਾਲਤ ਵਿੱਚ ਅਤਿਅੰਤ ਗਰੀਬ ਤੇ ਭੁੱਖ ਕੱਟਦਾ ਮਰ ਗਿਆ। ਸ਼ਾਇਦ ਇਸੇ ਕਰਕੇ ਹੀ ਉਸਨੇ ਆਪਣੇ ਪੁੱਤਰ ਬਲਕਾਰੀ ਨੂੰ ਵੇਚਣ ਦੀ ਗੱਲ ਕੀਤੀ ਸੀ। ਇਸ ਪਿੱਛੋਂ ਬਲਕਾਰੀ ਦੀ ਪੜ੍ਹਾਈ ਛੁੱਟ ਗਈ ਤੇ ਉਹ ਸੱਜਣ ਮਾਸਟਰ ਦੇ ਪਸ਼ੂ ਸਾਂਭਣ ਦਾ ਕੰਮ ਕਰਨ ਲੱਗਾ। ਸੱਜਣ ਮਾਸਟਰ ਦੇ ਲਾਰਿਆਂ ਦੇ ਬਾਵਜੂਦ ਉਸਦੀ ਪੜ੍ਹਾਈ ਅੱਗੇ ਨਾ ਤੁਰੀ ਤੇ ਉਸਨੂੰ ਰਹਿੰਦੀ ਪੜ੍ਹਾਈ ਵੀ ਭੁੱਲ ਗਈ। ਇੱਥੇ ਉਸਦਾ ਕਾਲੂ ਨਾਲ ਮੇਲ ਹੋਇਆ, ਜਿਸਨੇ ਉਸਨੂੰ ਚੋਰੀ ਕਰਨ ਦੀ ਆਦਤ ਪਾ ਦਿੱਤੀ ਤੇ ਇੱਥੇ ਹੀ ਉਸਦਾ ਬੱਲੀ ਨਾਲ ਪਿਆਰ ਪਲਣ ਲੱਗਾ। ਕਾਲੂ ਨੇ ਉਸਨੂੰ ਮਾਸਟਰ ਤੋਂ ਚੋਰੀ ਰਾਮਲੀਲਾ ਦੇਖਣ ਲਈ ਲਿਜਾਣਾ ਸ਼ੁਰੂ ਕਰ ਦਿੱਤਾ। ਉਸਨੂੰ ਕਿਸੇ ਦੇ ਰੋਸ਼ਨਦਾਨ ਥਾਣੀ ਅੰਦਰ ਝਾਕਣ ਦੀ ਤੇ ਫਿਰ ਤਾਰੇ ਸਰਦਾਰ ਦੇ ਬਾਗ ਵਿੱਚੋਂ ਚੋਰੀ ਕਿੰਨੂ ਤੋੜਨ ਦੀ ਆਦਤ ਪਈ। ਇੱਕ ਰਾਤ ਉਹਨਾਂ ਬੰਟੀ ਦੀ ਦੁਕਾਨ ਉੱਤੇ ਪਾੜ ਲਾਇਆ
ਤੇ ਲੋਕਾਂ ਨੇ ਉਹਨਾਂ ਨੂੰ ਕੁੱਟ-ਕੁੱਟ ਕੇ ਪਿੰਡੋਂ ਕੱਢ ਦਿੱਤਾ। ਇਸ ਦੌਰਾਨ ਉਸਦਾ ਬੱਲੀ ਨਾਲ ਪਿਆਰ ਪਲਦਾ ਰਿਹਾ। ਪਹਿਲਾਂ ਉਹ ਉਸਨੂੰ ਮਾਸਟਰ ਦੇ ਖੇਤ ਵਾਲੇ ਕੋਠੇ ਵਿੱਚ ਮਿਲਦੀ ਰਹੀ, ਪਰ ਜਦੋਂ ਮਾਸਟਰ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਤਾਂ ਉਹ ਉਸਨੂੰ ਉਸਦੇ ਘਰ ਮਿਲਦਾ ਰਿਹਾ। ਪਿੰਡੋਂ ਨਿਕਲ ਕੇ ਉਹ ਧੂਰੀ ਪੁੱਜੇ ਤੇ ਭੁੱਖਣ ਭਾਣੇ ਫਿਰਦੇ ਰਹੇ। ਇੱਕ ਦਿਨ ਦਿਹਾੜੀ ਲਾਉਣ ਵਾਲੇ ਮਜ਼ਦੂਰ ਨਾਲ ਇੱਕ ਟਰੱਕ ਵਿੱਚ ਬੈਠ ਕੇ ਇੱਕ ਨੇਤਾ ਦੀ ਰੈਲੀ ਦੀ ਰੌਣਕ ਵਧਾਉਣ ਬਦਲੇ ਪੈਸੇ, ਲੱਡੂ ਤੇ ਰੋਟੀ ਪ੍ਰਾਪਤ ਕਰਕੇ ਫਿਰ ਇੱਕ ਸਾਧ ਦੇ ਡੇਰੇ ਉੱਤੇ ਰਹੇ। ਕੁਝ ਦਿਨ ਖਾਣ ਪੀਣ ਮਗਰੋਂ ਕਾਲੂ ਨੇ ਡੇਰੇ ਦੀ ਗੋਲਕ ਤੋੜ ਲਈ। ਸਾਧਾਂ ਨੇ ਉਹਨਾਂ ਨੂੰ ਫੜ ਕੇ ਕੁਟਾਪਾ ਚਾੜਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਪਿੱਛੋਂ ਕਾਲੂ ਤਾਂ ਸ਼ਹਿਰ ਹੀ ਰਿਹਾ, ਪਰੰਤੂ ਬਲਕਾਰੀ ਪਿੰਡ ਆ ਗਿਆ, ਪਰ ਇੱਥੇ ਉਸਨੂੰ ਕੋਈ ਕੰਮ ਨਹੀਂ ਸੀ ਦਿੰਦਾ। ਉਹ ਬੱਲੀ ਨੂੰ ਮਿਲਦਾ ਰਹਿੰਦਾ। ਇੱਕ ਵਾਰ ਤੰਗੀ ਕਾਰਨ ਉਸਨੇ ਆਪਣਾ ਘਰ ਵੇਚਣਾ ਚਾਹਿਆ, ਪਰ ਬੱਲੀ ਨੇ ਉਸਨੂੰ ਅਜਿਹਾ ਨਾ ਕਰਨ ਦਿੱਤਾ। ਇੱਕ ਦਿਨ ਕਾਲੂ ਫਿਰ ਉਸਦੇ ਪਿੰਡ ਆ ਗਿਆ ਤੇ ਉਸਨੇ ਦੱਸਿਆ ਕਿ ਹੁਣ ਉਹ ਭੁੱਖਾ ਨਹੀਂ ਮਰਦਾ, ਉਸਦੇ ਦਿਨ ਬਦਲ ਗਏ ਹਨ। ਉਸਦੀਆਂ ਗੱਲਾਂ ਵਿੱਚ ਆ ਕੇ ਬਲਕਾਰੀ ਵੀ ਉਸਦੇ ਨਾਲ ਚਲਾ ਗਿਆ ਤੇ ਉਸਨੇ ਬਲਕਾਰੀ ਨੂੰ ਹੀਜੜਾ ਬਣਾਇਆ ਤੇ ਹੀਜੜਿਆਂ ਨਾਲ ਰਲਾ ਦਿੱਤਾ। ਇਹਨਾਂ ਦਿਨਾਂ ਵਿੱਚ ਜੇਕਰ ਉਹ ਬੱਲੀ ਨੂੰ ਮਿਲਣ ਦੀ ਇੱਛਾ ਜ਼ਾਹਰ ਕਰਦਾ ਤਾਂ ਕਾਲੂ ਉਸਨੂੰ ਕਹਿੰਦਾ ਕਿ ਉਹ ਬੱਲੀ ਨੂੰ ਮਿਲ ਕੇ ਕੀ ਕਰੇਗਾ। ਇਹ ਗੱਲ ਬਲਕਾਰੀ ਨੂੰ ਬਹੁਤ ਚੁਭਦੀ। ਉਸਨੇ ਗੁੱਸੇ ਵਿੱਚ ਸੁੱਤੇ ਪਏ ਕਾਲੂ ਨੂੰ ਮਾਰਨਾ ਵੀ ਚਾਹਿਆ ਤੇ ਆਪ ਵੀ ਖੁਦਕੁਸ਼ੀ ਕਰਨੀ ਚਾਹੀ, ਪਰ ਉਹ ਅਜਿਹਾ ਨਾ ਕਰ ਸਕਿਆ। ਉਸਦੇ ਅੰਦਰ ਬੱਲੀ ਨੂੰ ਮਿਲਣ ਦੀ ਖਾਹਸ਼ ਪ੍ਰਬਲ ਰਹੀ। ਇੱਕ ਰਾਤ ਉਹ ਲੋਈ ਵਿੱਚ ਮੂੰਹ ਲੁਕਾ ਕੇ ਬੱਲੀ ਦੇ ਘਰ ਪੁੱਜਾ ਤੇ ਉਸਨੇ ਗਿਲਾ ਪ੍ਰਗਟ ਕੀਤਾ ਕਿ ਉਹ ਇੰਨਾ ਚਿਰ ਕਿੱਥੇ ਰਿਹਾ ਹੈ। ਉਹ ਉਸਨੂੰ ਲੱਭਦੀ ਰਹੀ ਹੈ। ਉਹ ਝਾਂਜਰਾਂ ਛਣਕਾ ਕੇ ਉਸਨੂੰ ਪੁੱਛ ਰਹੀ ਸੀ, ਪਰੰਤੂ ਬਲਕਾਰੀ ਨੂੰ ਝਾਂਜਰਾਂ ਦੀ ਛਣਕਾਰ ਚੰਗੀ ਨਹੀਂ ਸੀ ਲੱਗਦੀ, ਜਦਕਿ ਕਦੇ ਉਸਨੇ ਇਹ ਛਣਕਾਰ ਸੁਣਨ ਲਈ ਹੀ ਇਹ ਝਾਂਜਰਾਂ ਬੱਲੀ ਨੂੰ ਆਪ ਲਿਆ ਕੇ ਦਿੱਤੀਆਂ ਸਨ। ਹੁਣ ਉਹ ਆਪ ਉਸਦੇ ਪੈਰਾਂ ਨਾਲੋਂ ਝਾਂਜਰਾਂ ਖੋਲ੍ਹ ਰਿਹਾ ਸੀ। ਇਸ ਪ੍ਰਕਾਰ ਇਸ ਕਹਾਣੀ ਦਾ ਵਿਸ਼ਾ ਗਰੀਬੀ ਤੇ ਭੁੱਖ ਦੇ ਮਾਰੇ ਗਲਤ ਰਾਹ ਪੈ ਚੁੱਕੇ ਨੌਜਵਾਨ ਦਾ ਭਾਵੁਕ ਦੁਖਾਂਤ ਹੈ।